ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਆਦ ਸੱਚ ਜੁਗਾਦ ਸੱਚ ਹੈ ਭੀਮ, ਹੋਸੀ ਵੀ ਸੱਚ ਏਕ ਓੰਕਾਰ ਸਤ, ਕਰਤਾ ਪੁਰਖ ਨਿਰਭਉ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਰਿ। ਗਾਦ ਸੱਚ ਹੈ ਭੀਮ। ਧੰਨ ਗੁਰੂ ਨਾਨਕ। ਸ਼ਾਂਤਮਈ ਨਾਲ ਸੰਗਤ ਜੀ ਬੇਨਤੀ ਹੈ, ਬੜੇ ਸਹਿਜ ਦੇ ਨਾਲ ਕੋਈ ਆਵਾਜ਼ ਨਾ ਕਰੇ। ਅੰਦਰ ਜਿਹੜੀ ਬਾਹਰਲੀ ਸੰਗਤ ਉਹ ਅੰਦਰ ਆ ਜਾਵੇ, ਜਾਂ 2 ਮਿੰਟ ਬਹਿ ਜਾਓ, 2 ਮਿੰਟ ਹਾਲੇ ਬਹਿ ਜਾਓ, 2 ਮਿੰਟ ਸਹਿਜ ਦੇ ਨਾਲ। ਹੁਣ ਮਹਾਂਪੁਰਖਾਂ ਦੇ ਬੜੇ ਅਨਮੋਲਕ ਬਚਨ ਸਾਧ ਸੰਗਤ ਜੀ ਸਰਵਣ ਕਰਨੇ ਨੇ। ਪਲੀਜ਼ ਬੇਨਤੀ ਹੈ, ਪਲੀਜ਼ ਮੇਰੀ ਬੇਨਤੀ ਪ੍ਰਵਾਨ ਕਰ ਲਓ ਆਰਾਮ ਦੇ ਨਾਲ। ਅੱਜ ਦੀ ਰਾਤ ਦਾ ਪ੍ਰੋਗਰਾਮ ਸੀ 2 ਥਾਵਾਂ ਤੇ। ਸਵੇਰੇ ਹੈ ਤਾਂ ਇੱਕ ਥਾਂ ਤੇ ਹੀ ਸੀ, ਮਾਤਾ ਜੀ ਵੱਲੋਂ ਰਹਿਣ ਸਬਾਈ ਰੱਖੀ ਗਈ ਸੀ। ਬਾਬਾ ਜੀ ਦੀ ਯਾਦ ਵਿੱਚ ਬਾਬਾ ਕੁੰਦਨ ਸਿੰਘ ਮਹਾਰਾਜ ਦੀ ਬਰਸੀ ਹੈ ਤੇ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ। ਮੜ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇੜ ਤੋਂ ਦੁਰਮਤ ਖੋਈ, ਤਿਨ ਕੀ ਧੂੜ ਨਾਨਕ ਦਾਸ ਬਾਂਛੇ, ਜਿਨ ਹਰ ਨਾਮ ਹਿਰਦੇ ਪਰੋਈ। ਉਧਰ ਸਾਡਾ ਪ੍ਰੋਗਰਾਮ ਦੂਸਰੀ ਜਗ੍ਹਾ ਤੇ 1:30 ਵਜੇ ਬੈਠਣ ਦਾ ਸੀ। 12:30 ਅਸੀਂ ਪਹੁੰਚ ਗਏ ਸੀ। ਫਿਰ ਇਹਨਾਂ ਲੰਗਰ ਪਾਣੀ ਛਕਾ ਕੇ ਥੋੜਾ ਜਿਹਾ ਟਾਈਮ, ਅੱਧਾ ਘੰਟਾ ਲੰਘ ਗਿਆ। ਮੈਂ ਕਿਹਾ ਉਹਨੂੰ ਚੱਲੋ ਅੱਧਾ ਘੰਟਾ ਆਪਾਂ ਇੱਧਰ ਲਾ ਲਾਂਗੇ। ਤੇ 1:30 ਵਜੇ ਉਧਰ ਪ੍ਰੋਗਰਾਮ ਸੀ ਕੀਰਤਨ, 1:30-2 ਵਜੇ ਉਧਰ ਬੈਠਣ ਦਾ। ਉਲਟ ਪੁਲਟ ਕੰਮ ਹੋ ਗਿਆ। ਵਾਹਿਗੁਰੂ। ਇਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਹਾਡੇ ਕੋਲ ਪਹਿਲੋਂ ਆਵਾਂਗੇ ਤੇ ਭੋਜਨ ਛਕ ਕੇ ਤੁਹਾਡਾ ਤੇ ਭਜਨ ਉਧਰ ਕਰਾਂਗੇ। ਉਹ ਬੀਬੀ ਨੇ ਇੱਜ਼ਤ ਕਰ ਲਈ ਜੀ ਵੀ ਸਾਡਾ ਪ੍ਰੋਗਰਾਮ ਸੀ, ਸਾਡਾ ਭੋਜਨ ਦਾ ਵੀ ਸਾਡੇ ਕੋਲ ਛਕ ਕੇ ਜਾਓ ਤੇ ਫਿਰ ਤੁਸੀਂ ਉਧਰ ਟਾਈਮ ਲਾ ਕੇ ਫਿਰ ਸਾਡੇ ਕੋਲ ਲਾ ਲਿਓ। ਹੁਣ ਅਸੀਂ ਆਉਣ ਲੱਗੇ, ਉਹਨੂੰ ਕਿਹਾ ਬੀਬੀ ਨੂੰ, ਉਹ ਕਹਿਣ ਲੱਗੀ ਬਾਬਾ ਜੀ ਵੀ ਤੁਸੀਂ ਆ ਜਾਇਓ 1:30 ਵਜੇ ਪੂਰੇ। ਮੈਂ ਹੱਸ ਰਿਹਾ ਸੀ ਜਦੋਂ ਭਾਈ ਗੁਰਸ਼ਨ ਸਿੰਘ ਜੀ ਆਪਣੇ ਪ੍ਰੇਮ 'ਚ ਲੱਗੇ ਹੋਏ ਸੀ। ਮੈਂ ਕਿਹਾ ਵੀ ਸਾਡਾ ਤਾਂ ਟਾਈਮ ਵਿੱਚ ਹੀ ਲੱਗ ਰਿਹਾ ਨਾਲ। ਵਾਹਿਗੁਰੂ। ਉਹਨੂੰ ਮੈਂ ਕਹਿ ਕੇ ਆਇਆ ਸੀ ਵੀ ਜਾਂ ਤਾਂ ਤੂੰ ਭੋਜਨ ਨਾ ਮੰਗਦੀ, ਹੁਣ ਭਜਨ ਉਧਰ ਚਲਾ ਗਿਆ। ਵਾਹਿਗੁਰੂ। ਸਤਿ ਸ੍ਰੀ ਅਕਾਲ। ਮੈਂ ਤਾਂ ਵੈਸੇ ਹਾਸੇ ਮਜ਼ਾਕ 'ਚ ਕਰਕੇ ਆਇਆ ਸੀ ਵੀ ਅਸੀਂ ਹੁਣ ਉਧਰ ਜਾ ਰਹੇ ਹਾਂ ਤੇ ਇੱਧਰੋਂ ਸਾਡਾ ਪ੍ਰੋਗਰਾਮ ਇਹੀ ਸੀ ਵੀ ਥੋੜਾ ਸਮਾਂ ਲਾ ਕੇ ਉੱਥੇ ਰਹਿਣ ਸਬਾਈ ਦਾ ਰੱਖਿਆ ਪ੍ਰੋਗਰਾਮ ਤੇ ਉੱਥੇ ਹਾਜ਼ਰੀਆਂ ਭਰਾਂਗੇ। ਹੁਣ ਥੋੜਾ ਹੀ ਸਮਾਂ ਦਾਸ ਹਾਜ਼ਰੀ ਭਰ ਕੇ ਸੰਗਤਾਂ ਨੇ ਬਹੁਤ ਆਨੰਦ ਲਿਆ ਹੈ ਕਥਾ ਕੀਰਤਨ ਦਾ। ਅਸੀਂ ਉੱਥੇ ਇਹ ਪ੍ਰੋਗਰਾਮ ਸ਼ਰਧਾ ਚੈਨਲ ਤੇ ਪਵਾਤਾ ਸੀ ਤੇ ਸ਼ਰਧਾ ਚੈਨਲ ਅਸੀਂ ਉੱਥੇ ਲਾ ਲਿਆ ਸੀ। ਜਦੋਂ ਭਾਈ ਗੁਰਸ਼ਨ ਸਿੰਘ ਲੱਗੇ ਤੇ ਉਦੋਂ 11 ਵਜੇ ਸ਼ੁਰੂ ਹੁੰਦਾ ਸ਼ਰਧਾ ਚੈਨਲ। ਇਹ ਪ੍ਰੋਗਰਾਮ ਅਸੀਂ ਸ਼ਰਧਾ ਚੈਨਲ ਤੇ ਕਿਹਾ ਵੀ ਸੋ ਨਿਹਾਲ। ਸਤਿ ਸ੍ਰੀ ਅਕਾਲ। ਹੁਣ ਐਮਐਚ ਬਣ ਸ਼ਰਧਾ ਦੇ ਪ੍ਰੋਗਰਾਮ ਚੱਲਦਾ ਪਿਆ 11 ਵਜੇ ਦਾ। ਅਸੀਂ ਉੱਥੇ ਵੀ ਬੈਠੇ ਦੇਖ ਰਹੇ ਸੀ, ਇੱਥੇ ਘਰੇ ਬੈਠੇ ਵੀ ਦੇਖ ਰਹੇ ਸੀ। ਇਹ ਸਾਰਾ ਪ੍ਰੋਗਰਾਮ ਸ਼ਰਧਾ ਚੈਨਲ ਤੇ ਨਾਲ ਦੀ ਨਾਲ ਆ ਰਿਹਾ। ਕਾਫੀ ਸਮੇਂ ਤੋਂ ਲੱਗੇ ਹੋਏ ਨੇ ਭਾਈ ਗੁਰਸ਼ਰਨ ਸਿੰਘ ਜੀ। ਮੈਂ ਕਿਹਾ ਵੀ ਚੰਗੇ ਤਕੜੇ ਹੋ ਕੇ ਲੱਗੇ ਆ। ਕਹਿੰਦੇ ਜੀ ਵਿੱਚੋਂ ਇੰਨਾ ਸਮਾਂ ਬੰਦ ਰਿਹਾ ਪ੍ਰੋਗਰਾਮ, ਇੰਨਾ ਸਮਾਂ ਵਿੱਚੋਂ ਰਹਿਣ ਸਵਾਈਆਂ ਹੋਈਆਂ ਨਹੀਂ। ਹੁਣ ਸੰਗਤਾਂ ਦੇ ਅੰਦਰ ਭੁੱਖ ਹੈ ਕਿ ਬੜੇ ਸਮੇਂ ਬਾਅਦ ਰਹਿਣ ਸਬਾਈ ਹੋਈ ਹੈ। ਇਸ ਕਰਕੇ ਸੰਗਤਾਂ ਨੂੰ ਬਹੁਤ ਤਾਂਘ ਹੈ, ਬੜੀ ਭੁੱਖ ਹੈ।
ਤੇ ਬੜੇ ਪ੍ਰੇਮ ਦੇ ਵਿੱਚ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਲੱਗੇ ਹੋਏ ਸੀ। ਮੈਂ ਕਿਹਾ ਵੀ ਆਨੰਦ ਲੈ ਰਹੇ ਨੇ, ਅਸੀਂ ਵੀ ਸੁਣ ਕੇ ਆਨੰਦ ਲੈ ਰਹੇ। ਹੈ ਤਾਂ ਸਾਨੂੰ ਬੜੀ ਕਾਹਲੀ ਸੀ, ਪਰ ਉਹ ਇਹਨਾਂ ਦੇ ਆਨੰਦ ਨੇ ਸਾਡੀ ਕਾਹਲੀ ਖਤਮ ਕਰ ਦਿੱਤੀ। ਸਤਿ ਸ੍ਰੀ ਅਕਾਲ। ਮਾਤਾ ਜੀ ਦੀ ਉਧਰ ਰਹਿਣ ਸਮਾਈ ਹੈ ਨਾ, ਤੇ ਖੁਦ ਮਾਤਾ ਜੀ ਵੀ ਇੱਥੇ ਬੈਠੇ ਹੋਏ ਸਾਡੇ ਨਾਲ। ਸਤਿ ਸ੍ਰੀ ਅਕਾਲ। ਇਹ ਪ੍ਰੇਮ ਦੀਆਂ ਖੇਡਾਂ ਨੇ। ਇਹ ਹੁਣ ਜਿਹੜੀ ਰਹਿਣ ਸਮਾਈ ਹੋ ਰਹੀ ਹੈ ਨਾ, ਇਹ ਭਾਈ ਗੁਰਸ਼ਰਨ ਸਿੰਘ ਦੀ ਇਕੱਲਿਆਂ ਦੀ ਨਹੀਂ, ਮਾਤਾ ਜੀ ਦੀ ਨਾਲ ਬਰਾਬਰ ਹੋ ਗਈ। ਸਤਿ ਸ੍ਰੀ ਅਕਾਲ। ਇਹ ਕਹਿੰਦੇ ਉੱਧਰ ਸਾਡੀਆਂ ਮਿਹਨਤਾਂ ਕੀਤੀਆਂ, ਟੈਂਟ ਲਾਏ, ਸਵੇਰ ਦੇ ਲੱਗੇ ਹੋਏ ਸੀ, ਉਹ ਵੀ ਸਫਲੇ। ਆਪਾਂ ਜਾਂਦੇ ਜਾਂਦੇ ਕੋਈ ਨਹੀਂ, ਉੱਥੇ ਵੀ ਥੋੜੀ ਹਾਜ਼ਰੀ ਭਰ ਲਾਂਗੇ। ਹੁਣ ਸੰਗਤਾਂ ਪ੍ਰੇਮ ਦੇ ਨਾਲ ਥੋੜਾ ਜਿਹਾ ਸਮਾਂ ਬੈਠ ਕੇ ਗੁਰੂ ਚਰਨਾਂ 'ਚ ਆਪਾਂ, ਤੁਸੀਂ ਤਾਂ ਸਮਾਂ ਬਹੁਤ ਸਫਲ ਕਰ ਲਿਆ ਰਾਤ, ਤੇ ਦਾਸ ਤੁਹਾਡੇ ਨਾਲ ਹੁਣ ਆਪਦਾ ਸਮਾਂ ਸਫਲ ਕਰੇਗਾ। ਆ ਜਿਹੜੀ ਸੰਗਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ, ਇਹ ਸੰਗਤ ਕਿਸੇ ਬੰਦੇ ਦੀ ਨਹੀਂ, ਇਹ ਬਾਬੇ ਦੀ ਸੰਗਤ ਹੈ। ਇਹ ਸੰਗਤ ਬਾਬੇ ਨਾਨਕ ਦੀ ਹੈ। ਸਤ ਸੰਗਤ ਬਾਬੇ ਨਾਨਕ ਦੀ ਦੁਨੀਆ ਵਿੱਚ ਅਸਲ ਟਿਕਾਣਾ। ਗੁਰੂ ਨਾਨਕ ਸਾਹਿਬ ਨੇ ਬਣਾਈ ਹੀ ਸੰਗਤ, ਪੂਰੀ ਜਗਤ ਵਿੱਚ ਫੇਰੀ ਲਾ ਕੇ ਬਾਬੇ ਤਾਰੇ ਚਾਰ ਚੱਕ ਨਵਖਣ ਪ੍ਰਿਥਵੀ ਸੱਚਾ ਟੋਆ। ਬਾਬਾ ਨਾਨਕ ਜੀ ਨੇ ਐਸਾ ਹੋਕਾ ਦਿੱਤਾ ਹੈ ਕਿ ਘਰ ਘਰ ਵਿੱਚ ਬਾਬਾ ਨਾਨਕ ਘਰ ਘਰ ਵਿੱਚ ਬਿਰਾਜਮਾਨ ਹੈ। ਘਰ ਕਿਹੜਾ ਹੈ? ਆ ਸਤ ਸੰਗਤ। ਜਿੱਥੇ ਵੀ ਕੋਈ ਕਰ ਰਿਹਾ ਹੈ, ਇਹਨਾਂ ਰਹਿਣ ਸਬਾਈਆਂ ਦੇ ਕੋਈ ਪੁੰਨ ਥੋੜੇ ਨਹੀਂ। ਇਹਨਾਂ ਨੇ ਕਿਹਾ ਨਾ ਸਾਲ 'ਚ 12 ਰਹਿਣ ਸਬਾਈਆਂ, ਤੇ ਸਾਡੇ ਹਿਸਾਬ ਅਨੁਸਾਰ ਅੱਜ ਹੀ 12 ਰਹਿਣ ਸਬਾਈਆਂ ਹੋ ਗਈਆਂ। ਵਾਹਿਗੁਰੂ ਵਾਹਿਗੁਰੂ। ਸਤਿ ਸ੍ਰੀ ਅਕਾਲ। ਵਾਹਿਗੁਰੂ। ਬਾਬਾ ਜੀ ਦੇ ਬਚਨ ਨੇ, ਬਾਬਾ ਆਨੰਦ ਸਿੰਘ ਜੀ ਦੇ, ਬਾਬਾ ਈਸ਼ਰ ਸਿੰਘ ਜੀ ਦੇ, ਕਿ ਮਾਘ ਦਾ ਮਹੀਨਾ ਜਿਹੜਾ ਹੈ ਪੂਰੇ ਸਾਲ ਦੇ ਬਰਾਬਰ ਹੈ। ਓਹੋ ਵਾਹ ਵਾਹ ਵਾਹ। ਇੱਕ ਦਿਨ 12 ਦਿਨਾਂ ਦੇ ਬਰਾਬਰ ਹੈ। ਇਹਦੇ 'ਚ ਇੱਕ ਮਹੀਨੇ ਵਿੱਚ ਇੱਕ ਦਿਨ 'ਚ 12 ਦਿਨਾਂ ਦਾ ਫਲ ਮਿਲਦਾ ਜੇ ਕੋਈ ਜਪ ਤਪ ਕਰਦਾ। ਜਿਵੇਂ 84 ਲੱਖ ਜੂਨ ਵਿੱਚ ਮਨੁੱਖਾ ਦੇਹੀ ਉਤਮ ਹੈ, ਕਿਥੇ 84 ਲੱਖ ਜੂਨ ਹੈ, ਕਿਥੇ ਇੱਕੋ ਮਨੁੱਖਾ ਦੇਹੀ। ਕਿਧਰ 12 ਮਹੀਨੇ, ਕਿਧਰੇ ਇਕੱਲਾ ਮਹੀਨਾ। ਇੱਕ ਬਾਣੀ ਤਾਂ ਉਹ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਬਾਣੀ ਉਹ ਹੈ ਜਿਹੜੀ ਮਹਾਂਪੁਰਸ਼ ਦੀ ਰਸਨਾ ਤੇ, ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਰਸਨਾ ਤੇ ਜਿਹੜੀ ਬਾਣੀ ਆਉਂਦੀ ਉਹ ਇਸ ਬਾਣੀ ਤੋਂ ਵੀ ਅੱਗੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਲਿਖੇ, ਤੇ ਜਿੰਨੀ ਸ਼ਾਹੀ ਬਚ ਗਈ ਸੀ ਨਾ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ, ਉਹ ਸਾਰੀ ਦੇ ਸਾਰੀ ਸ਼ਾਹੀ ਸਰੋਵਰ ਵਿੱਚ ਪਾ ਦਿੱਤੀ। ਜਦੋਂ ਸਰੋਵਰ 'ਚ ਪਾਤੀ, ਪੁੱਛਿਆ ਮਹਾਰਾਜ ਇਸ ਦਾ ਕੀ ਕਾਰਨ? ਇੱਕ ਸ਼ਾਹੀ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਲਿਖੇ ਗਏ ਨੇ, ਇੱਕ ਸ਼ਾਹੀ ਤੁਸੀਂ ਸਰੋਵਰ 'ਚ ਪਾਤੀ। ਕਹਿਣ ਲੱਗੇ ਵੀ ਇਸ ਸ਼ਾਹੀ ਨੇ ਜੋ ਗੁਰੂਆਂ ਦੀ ਬਾਣੀ ਸੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਤੀ। ਇਸ ਤੋਂ ਅੱਗੇ ਹੋਰ ਵੀ ਬਾਣੀ ਹੈ
ਜਿਹੜੀ ਮਹਾਂਪੁਰਖ ਦੀ ਰਸਨਾ ਤੇ ਆਉਂਦੀ ਏ, ਕਹਿੰਦੇ ਨੇ ਉਹ ਅਸੀਂ ਸਾਧੂਆਂ ਦੀ ਰਸਨਾ ਤੇ ਡੋਲੀ। ਆਖੋ ਸੀ ਉਹ ਸ਼ਾਹੀ ਸਾਧੂ ਦੀ ਰਸਨਾ ਤੇ ਆ, ਜਿਹੜੀ ਸਰੋਵਰ ਚ ਪਾਈ ਏ ਉਹ ਮਹਾਂਪੁਰਖ ਦੀ ਰਸਨਾ ਤੇ ਆਏਗੀ। ਮਹਾਂਪੁਰਖਾਂ ਦੀ ਮਹਿਮਾ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਬਾਣੀ ਤੋਂ ਵੀ ਅੱਗੇ। ਕਹਿੰਦੇ ਨੇ ਮਹਾਂਪੁਰਖਾਂ ਦੇ ਬਚਨ, ਬਾਬਾ ਨਾਨਕ ਸਿੰਘ ਜੀ ਦਾ ਬਚਨ ਵੀ 12 ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਹੋਇਆ ਕਿ 1 ਮਹੀਨੇ 'ਚ 12 ਗੁਣਾ ਫਲ ਮਿਲੇਗਾ, ਪਰ ਇਹਦੇ ਵਿੱਚ ਗੁਰਬਾਣੀ 'ਚ ਬਹੁਤ ਕੁਝ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਣ ਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸਵਾਨ। ਬਹੁਤ ਬਖਸ਼ਿਸ਼ਾਂ ਕੀਤੀਆਂ ਮਹੀਨੇ 'ਚ। ਬਾਬਾ ਜੀ ਦੇ ਬਚਨੇ ਨਾਨਕਸਰ ਪੂਰਾ ਸਾਲ ਜਿਹੜਾ ਭੋਰੇ ਦੇ ਦਰਸ਼ਨ ਕਰਨ ਜਾਏਗਾ ਨਾ, ਉਹਨੂੰ ਦਰਸ਼ਨ ਤਾਂ ਹੋਣਗੇ ਜੇ ਉਹ ਪਹਿਲੋਂ ਇਸ ਚੀਜ਼ ਦੀ ਭੇਟਾ ਦੇਗਾ, ਜਿਵੇਂ 50 ਪਾਠ ਸੁਖਮਨੀ ਦੇ ਕਰਾਂਗਾ। ਜੇ 1 ਮਹੀਨੇ ਦੀ ਸਿਮਰਨ ਦੀ ਭੇਟਾ ਦੇਗਾ ਤੇ 1 ਟਾਈਮ ਦੇ ਦਰਸ਼ਨ ਹੋਣੇ। 1 ਮਹੀਨੇ ਦੇ ਬਾਣੀ ਦੀ ਭੇਟਾ ਦੇਵੇ ਕਿ ਮਹੀਨਾ ਪਰ ਮੈਂ ਸੁਖਮਨੀ ਸਾਹਿਬ ਕਰਾਂਗਾ, ਮਹੀਨਾ ਪਰ ਮੈਂ ਜਪਜੀ ਸਾਹਿਬ ਦੇ 10 ਪਾਠ ਰੋਜ਼ ਕਰਾਂਗਾ, ਮਹੀਨਾ 6 ਮਾਲਾ ਮੂਲ ਮੰਤਰ ਦੀਆਂ ਕਰਾਂਗਾ, 1 ਮਹੀਨਾ ਮੈਂ 80 ਮਾਲਾ ਵਾਹਿਗੁਰੂ ਦੀਆਂ ਕਰਾਂਗਾ, 1 ਮਹੀਨੇ 'ਚ ਮੈਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਵਾਂਗਾ, ਤਾਂ ਤੂੰ ਸੱਚਖੰਡ ਦੇ ਦਰਸ਼ਨ ਭੋਰੇ ਦੇ ਕਰ ਸਕਦਾ। ਪਰ ਇਸ ਮਹੀਨੇ ਵਿੱਚ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਆ ਵੀ ਤੈਨੂੰ ਹੁਣ ਮਹੀਨਾ ਪਾਠ ਕਰਨ ਦੀ ਲੋੜ ਨਹੀਂ, ਤੈਨੂੰ ਦਰਸ਼ਨ ਕਰਕੇ ਹੀ ਮਹੀਨੇ ਦੇ ਪਾਠਾਂ ਦਾ ਫਲ ਮਿਲ ਜਾਏਗਾ। ਸਤਿ ਸ੍ਰੀ ਅਕਾਲ। ਪਹਿਲੋਂ ਮਹੀਨੇ ਦੇ ਪਾਠਾਂ ਦਾ ਫਲ ਦਿਓ ਤੇ ਦਰਸ਼ਨ ਇੱਕ ਟਾਈਮ ਕਰ ਲਓ ਭੋਰਾ ਸਾਹਿਬ ਦੇ। ਪਰ ਇਸ ਮਹੀਨੇ ਵਿੱਚ ਕਿ ਤੂੰ ਦਰਸ਼ਨ ਕਰ ਜਾ ਭਾਈ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀ, ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ। ਸੋ ਜਪ ਤਪ ਸੇਵਾ ਚਾਕਰੀ ਜੇ ਖਸਮੇ ਭਾਵੇ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕੇ ਰਿਦੇ ਪਾਓ ਹੈ ਦੂਜਾ। ਉਸ ਜਪ ਤਪ ਦੀ ਵਡਿਆਈ ਨਹੀਂ, ਪਰ ਜਿਹੜੀ ਉਸ ਨੂੰ ਭਾਉਂਦੀ ਏ ਉਹੀ ਜਪ ਤਪ ਹੈ। ਇਹ ਮਾਘ ਦਾ ਮਹੀਨਾ ਬੜਾ ਉੱਤਮ ਹੈ। ਕਿਸ ਕਰਕੇ ਉੱਤਮ ਹੈ? ਇਸ ਮਹੀਨੇ ਦਾ ਪਹਿਲਾ ਦਿਨ ਆਉਂਦਾ ਹੈ ਮਾਘੀ। ਮਾਘੀ ਦਾ ਉਹ ਦਿਨ ਹੈ ਜਿਸ ਦਿਨ ਕਲਗੀਆਂ ਵਾਲੇ ਨੇ ਟੁੱਟੀਆਂ ਗੰਢੀਆਂ ਤੇ ਸੱਚਖੰਡ ਦੇ ਬੂਹੇ ਖੋਲ੍ਹੇ ਉਹਨਾਂ ਵਾਸਤੇ। ਸਤਿ ਸ੍ਰੀ ਅਕਾਲ। ਮਹਾ ਸਿੰਘ ਜੀ ਵਿੱਚ ਦਰਗਾਹ ਪਹੁੰਚੇ। ਕਹਿੰਦੇ ਨੇ ਜਦੋਂ ਸਿੰਘ ਸ਼ਹੀਦੀਆਂ ਪਾ ਕੇ ਸੱਚਖੰਡ ਗਏ ਨਾ, ਤੇ ਅੱਗੇ ਬੋਰਡ ਲੱਗਿਆ ਹੋਇਆ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਤੁਹਾਡੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਬੰਦ ਨੇ, ਭਾਵੇਂ ਤੁਸੀਂ ਸ਼ਹੀਦੀਆਂ ਪਾ ਆਏ। ਤੁਹਾਡਾ ਇੱਕ ਅੱਖਰ ਲਿਖਿਆ ਹੋਇਆ ਗੁਰੂ ਕੋਲ ਅਜੇ ਪਾਟਾ ਨਹੀਂ, ਇਸ ਕਰਕੇ ਜਦ ਤੱਕ ਉੱਥੇ ਨਹੀਂ ਪਾੜਿਆ ਜਾਏਗਾ ਉਦੋਂ ਤੱਕ ਇਹ ਫੱਟੀ ਪਾਸੇ ਨਹੀਂ ਹਟੇਗੀ। ਇਹ ਫੱਟੀ ਉਦੋਂ ਪਾਸੇ ਹਟੇਗੀ ਜਦੋਂ ਉੱਥੇ ਲਿਖਾ ਪਾੜਿਆ ਜਾਏਗਾ। ਕਹਿੰਦੇ ਸੱਚਖੰਡ ਦੇ ਬਾਹਰ ਹੀ ਖੜੇ ਹੋਏ 39 ਸਿੰਘ ਜਿਹੜੇ ਸਨ, ਭਾਈ ਮਾਨ ਸਿੰਘ ਅਜੇ ਪ੍ਰਾਣ ਸਹਿਕਦੇ ਸੀ, ਬਾਕੀ ਸਿੰਘ ਸ਼ਹੀਦੀਆਂ ਪਾ ਗਏ ਸਨ। ਭਾਈ ਮਹਾਂ ਸਿੰਘ ਜੀ ਕੋਲ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਉਸ ਜ਼ਖਮੀ ਦਾ ਚਿਹਰਾ ਸਾਫ਼ ਕੀਤਾ, ਕਿਉਂਕਿ ਇੰਨੇ ਜੰਗ ਯੁੱਧ ਕਿਰਪਾਨਾਂ ਚਲਾਈਆਂ, ਧੂੜ ਦੇ ਵਿੱਚ ਕੀ ਕੁਝ ਹੋਇਆ, ਮੂੰਹ 'ਚ ਕੱਟਾ ਪਿਆ, ਸਿਰ ਤੇ ਖੂਨ ਵਗੀ ਜਾਂਦਾ ਹੈ। ਮੇਰੇ ਨਿਕਲੇ ਨਹੀਂ ਪ੍ਰਾਣ, ਤਨ ਚੂਰ ਹੋ ਗਿਆ, ਕਈ ਹੋਏ ਕੁਰਬਾਨ।
ਕਈਆਂ ਦੀ ਸਹਿਕਦੀ ਏ ਜਾਨ, ਮੇਰੇ ਨਿਕਲੇ ਨਹੀਂ ਪ੍ਰਾਣ ਤਨ ਚੂਰ ਹੋ ਗਿਆ, ਮਾਫ ਕਰ ਦਿਓ ਸਤਿਗੁਰ ਮੈਨੂੰ ਜੋ ਕਸੂਰ ਹੋ ਗਿਆ। ਜਿਹੜਾ ਲਿਖ ਕੇ ਬਧਾਵਾ ਤੇਥੋਂ ਦੂਰ ਹੋ ਗਿਆ। ਉਸ ਸਮੇਂ ਗੁਰੂ ਸਾਹਿਬ ਨੇ ਪਹਿਲੋਂ ਵਰ ਦਿੰਦੇ ਆ ਰਹੇ ਨੇ ਕਿ ਮੇਰਾ ਸਿੱਖ ਤਖਤਾਂ ਦਾ, ਫੌਜਾਂ ਦਾ ਮਾਲਕ, ਦੇਸ਼ਾਂ ਦਾ ਮਾਲਕ, ਇੰਨੇ ਹਜ਼ਾਰੀ ਸਾਰੇ ਵਰ ਦਿੰਦੇ ਆ ਰਹੇ ਨੇ ਸ਼ਹੀਦੀਆਂ ਨੂੰ ਵੇਖ ਕੇ। ਭਾਈ ਮਹਾਂ ਸਿੰਘ ਨੂੰ ਕਿਹਾ ਵੀ ਮਹਾਂ ਸਿੰਘ ਤੂੰ ਮੰਗ, ਤੂੰ ਜਥੇਦਾਰ ਹੈ, ਸਾਰੇ ਸਿੰਘਾਂ ਨੂੰ ਅਸੀਂ ਵਰ ਦੇ ਦਿੱਤੇ ਆ, ਤੂੰ ਮੰਗ ਕਿੱਥੋਂ ਦੇ ਰਾਜ, ਕਿੱਥੋਂ ਦੇ ਭਾਗ, ਕਿੱਥੋਂ ਦੇ ਤਖਤ ਤਾਜ, ਕਿੱਥੋਂ ਦੀਆਂ ਬਾਦਸ਼ਾਹੀਆਂ ਚਾਹੀਦੀਆਂ। ਉਹਨਾਂ ਨੇ ਬੜੀ ਸੋਹਣੀ ਮੰਗ ਮੰਗੀ ਕਿ ਮਹਾਰਾਜ ਮੇਰਾ ਉਹ ਲਿਖਿਆ ਹੋਇਆ ਬਦਾਵਾ ਪਾੜ ਦਿਓ। ਆਖੋ ਮੇਰੇ ਨਾਲ ਦੇ ਸਿੰਘਾਂ ਦੀ ਆਵਾਜ਼ ਆ ਰਹੀ ਏ, ਸੱਚਖੰਡ ਦੇ ਬੂਹੇ ਬੰਦ ਪਏ ਨੇ, ਜਦ ਤੱਕ ਆਪ ਜੀ ਇਹ ਪਾੜੋਗੇ ਨਹੀਂ ਬਦਾਵਾ। ਕਹਿੰਦੇ ਨੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਔਰ ਧਾਰਿਓ ਮਨ ਮਾਝਾ। इधर किरपा की गुरुआ ने, उधर फिर धर्म राय दर कागज फारे जन नानक लेखा समझा। कागज उथे पाड़ते पे ने, लेखा नानक करता पिया, जन नानक लेखा समझा। ये गुरु नानक साहब लेखा पाड़ते पे, कागज धर्मराज पाड़ता है। पुछो वाले महाराज जी बाबा माहर नाम सिंह जी ने एक दफ्तर बनाया सी। उस दफ्तर में महाराजा पटियाला ने बड़ा पढ़िया लिखिया होया एक मुंशी दिता सी। वो सारी दे सारी जो कार्रवाई बाबा जी लिखाउंदे सी वो लिखदा सी। बड़े रजिस्टर पए हुए ने, आया दे नाम लिखदे सी, फिर उनके भैणा चाचे ताया सब दे नाम लिखदे सी। ते बाबा जी ने उत्थे कागज लिखिया होया विच सानू मिलिया, उहदे चों एक थां ते शाही फेरी हुई है। पहलों लिखिया है, फिर शाही फेरी है। थल्लेओ बाबा जी दा जिहड़ा लिखण वाला लिखारी मुंशी वो लिखदा है कि बाबा जी ने बचन कीता है, जो साडे दफ्तर च इत्थे लिखिया जांदा है ओहो ही उत्थे लिखिया जांदा। कहंदे आ जिहड़ा असीं लिखाया सी ना, ये संताप भोगना सी संसार ने, ते कहंदे इहदे ते हुण शाही फेर दे। वो सारे संताप ते जिंदे च फरीदकोट, संगरूर, पटियाला, नाभा कईयां थावां दे नां ने कि इन्हां थावां ते बहुत संताप आएगा। ते ये लिखाया, फिर उन्हें ते शाही फिरा के कहने लगे, पहलों तो लिखिया कहंदे, हुण कहंदे शाही फेर दिओ। उत्थे भी शाही फेर गई। आखो श्री वाहिगुरू। उत्थे भी कागज खत्म हो गया। इनकी गवाही गुरबाणी कहते ने, संतन मोको पूंजी सौंपी तो उतरिया मन का धोखा धर्मराय अब कहां करेगा। वो की करेगा, इत्थे लेखा पाटा पिया। जब फाटियो सगला लेखा, इत्थे लेखा पाड़ गया। हुण धर्मराज उत्थे तां अगे बोर्ड लिख के लग्या होया ਸਿੰਘਾਂ वास्ते भी तुसी नहीं जा सकते सचखंड, तुसी बदावा दिता होया गुरु नूं। जेड़ा गुरु तो बेमुख है वो नहीं दरगाह विच जा सकदा। जा केड़ा सकदा है जे को सिख गुरु सेती सन्मुख होवे, जे को गुर ते बेमुख होवे, वो बिन सतगुर मुक्त ना पावे। पावे मुक्त ना हो थे कोई पुछो वेखिया जाए। अनेक जूनी भरम आवे, जूना च भरम लेगा। बिन सतगुर मुक्त ना पाए, फिर मुक्त पाए लाग चरनी। सतगुरु शब्द सुनाए, कहे नानक विचार देखो। बिन सतगुर मुक्त ना पाए, बिना गुरु कलगीधर पातशाह तो अज मुक्ति नहीं। ये तीजे पातशाह ने बाणी लिखी है।
ਤੇ ਕੌਤਕ 10ਵੇਂ ਪਾਤਸ਼ਾਹ ਬਣਾ ਕੇ ਮੁਕਤ ਸਰ ਬਣਾ ਰਹੇ ਨੇ, ਮੁਕਤੇ ਬਣਾ ਰਹੇ ਨੇ ਬਿਨ ਸਤਿਗੁਰ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ 40 ਮੁਕਤੇ ਬਣਾ ਰਹੇ ਨੇ ਕਿ ਅੱਜ ਇਹ ਮੁਕਤ ਹੋ ਗਏ ਨੇ। ਜਿਹੜੇ ਇਹਨਾਂ ਸਿਰ ਦੋਸ਼ ਸੀ, ਜਿਹੜਾ ਇਹਨਾਂ ਸਭ ਤੋਂ ਵੱਡਾ ਪਾਪ ਹੈ, ਬਹੁਤ ਵੱਡਾ ਪਾਪ। ਇਸ ਪਾਪ ਬਾਰੇ ਦੱਸਿਆ ਕਿ ਗੁਰੂ ਤੋਂ ਬੇਮੁਖ ਹੋਣ ਦਾ ਜਿਹੜਾ ਪਾਪ ਹੈ ਉਹ ਕਿੰਨਾ ਕੁ ਵੱਡਾ ਹੈ ਸ਼ਾਸਤਰਾਂ ਦੇ ਵਿੱਚ। ਕਹਿੰਦੇ ਨੇ ਗਊ ਨੂੰ ਮਾਰ ਦਿਓ, ਇਹ ਇੱਕ ਹੱਤਿਆ। 6 ਹੱਤਿਆ ਨੇ, ਪੂਰੀਆਂ 6 ਹੱਤਿਆ ਨੇ ਪਾਪਾਂ ਦੇ ਵਿੱਚੋਂ, ਜਿਹੜੀਆਂ ਹਥਿਆਰਾ ਕਿਹਾ ਜਾਂਦਾ ਹੈ। ਮਾਂ ਹਥਿਆਰਾ, ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ਹਥਿਆਰਾ ਕਿਹਨੂੰ ਕਿਹਾ ਜਾਂਦਾ ਹੈ। 6 ਹੱਤਿਆ, ਇੱਕ ਹੱਤਿਆ ਵਾਲਾ ਹਥਿਆਰਾ ਬਣ ਜਾਂਦਾ ਹੈ। ਤੇ ਵੱਡੀਆਂ ਵੱਡੀਆਂ 6 ਹੱਤਿਆ ਨੇ। ਗਊ ਨੂੰ, ਬ੍ਰਾਹਮਣ ਨੂੰ ਮਾਰਨਾ, ਗੋਤਰ ਹੱਕ ਹਾਏ, ਰਿਣ ਹੱਤਿਆ, ਕੰਨਿਆ ਹੱਤਿਆ, ਵਿਸ਼ਵਾਸਘਾਤ ਅਧਿਕਾਏ। ਕਹਿੰਦੇ ਇਹ 6 ਹੱਤਿਆ। ਵਿਸ਼ਵਾਸਘਾਤ ਕਰਨਾ, ਰਿਣ, ਕਿਸੇ ਦਾ ਪੈਸਾ ਕਰਜ਼ਾ ਦੱਬ ਲੈਣਾ, ਦੇਣਾ ਨਾ, ਇਹ ਵੀ ਬੜੀ ਵੱਡੀ ਹੱਤਿਆ। ਕੰਨਿਆਂ ਨੂੰ ਮਾਰ ਦੇਣਾ ਹੱਤਿਆ, ਗਊ ਨੂੰ ਮਾਰਨਾ, ਬ੍ਰਾਹਮਣ ਨੂੰ ਮਾਰਨਾ, 6 ਹੱਤਿਆ ਨੇ। ਕਹਿੰਦੇ ਇੱਕ ਹੱਤਿਆ ਬਣਦੀ ਏ ਕਰੋੜ 96 ਪਾਪ ਹੈ। ਹੱਤਿਆ ਇੱਕ ਕਹਾਈ, 96 ਕਰੋੜ ਪਾਪ ਕਰੇ ਤੇ ਇੱਕ ਹੱਤਿਆ ਬਣਦੀ ਹੈ। 96 ਕਰੋੜ ਪਾਪ ਤੇ ਇੱਕ ਹੱਤਿਆ ਬਰਾਬਰ। 96 ਕਰੋੜ ਪਾਪ ਬੰਦੇ ਨੇ ਕੀਤਾ ਨਾ, ਇਹ ਪਾਪ ਹੈ, ਆਹ ਪਾਪ, ਬੜੇ ਤਰ੍ਹਾਂ ਦੇ ਪਾਪ ਨੇ। 96 ਕਰੋੜ 96 ਪਾਪ ਹੈ। ਹੱਤਿਆ ਇੱਕ ਕਹਾਏ ਤੇ ਖੱਟ ਕਹਿੰਦੇ ਨੇ 6 ਨੂੰ। ਨਾਨਕ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਈ। ਨਾਨਕ ਖੱਟ ਹੱਤਿਆ ਕੇ ਤੁਲ ਹੈ, ਜੇ ਗੁਰੂ ਤੋਂ ਸਿੱਖ ਫਿਰ ਜਾਏ। ਜੇ ਗੁਰੂ ਤੋਂ ਸਿੱਖ ਬੇਮੁਖ ਹੁੰਦਾ ਹੈ ਨਾ, ਉਹਨੂੰ 6 ਹੱਤਿਆ ਬਰਾਬਰ ਪਾਪ ਲੱਗਦਾ ਹੈ। ਤੇ ਹੱਤਿਆ ਮੇਨ 6 ਹੀ ਨੇ, ਤੇ ਇੱਕ ਹੱਤਿਆ 96 ਕਰੋੜ ਪਾਪਾਂ ਦੀ ਇੱਕ ਹੱਤਿਆ। ਸਭ ਤੋਂ ਵੱਡਾ ਪਾਪ ਹੈ ਗੁਰੂ ਤੋਂ ਬੇਮੁਖ ਹੋ ਜਾਣਾ। ਇਹ ਸਨ ਗੁਰੂ ਤੋਂ ਬੇਮੁਖ ਹੋਏ। ਤੇ ਇਸ ਮਹੀਨੇ ਦੇ ਪਹਿਲੇ ਦਿਨ, ਮਾਘੀ ਵਾਲੇ ਦਿਨ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਸਿੰਘਾਂ ਦਾ ਬਦਾਵਾ ਪਾੜਿਆ ਸੀ। ਇਸ ਦਿਨ ਟੁੱਟੀ ਹੋਈ ਗੰਢੀ ਸੀ। ਇਹਨਾਂ ਨੂੰ ਮੁਖ ਤੇ ਬਣਾਇਆ ਸੀ ਤੇ ਮੁਕਤਸਰ ਬਣਾਇਆ ਸੀ। ਸਾਰੇ ਮਾਝੇ ਨੂੰ ਹੀ ਬਖਸ਼ਿਆ ਸੀ। ਮਾਝੇ ਸਾਰੇ ਨੂੰ ਸਰਾਪ ਹੋ ਗਿਆ ਸੀ, ਕਿਉਂਕਿ ਮਾਝੇ ਵਾਲੇ ਗਏ, ਮਾਝੇ ਵਾਲੇ ਬੇਮੁਖ ਹੋ ਗਏ, ਮਾਝੇ ਵਾਲੇ ਬਦਾਵਾ ਦੇ ਗਏ। ਉਹਨੇ ਫਿਰ ਮਾਨ ਸਿੰਘ ਨੇ ਕਿਹਾ, ਜੀ ਸਾਡੇ ਵੱਡੇ ਜੋ ਵਡੇਰੇ ਉਹ ਤਾਂ ਸਿੱਖ ਸੀਗੇ ਤੇਰੇ, ਮਾਝਾ ਰੱਖ ਰੱਖ ਚਿਹਰੇ ਮਸ਼ਹੂਰ ਹੋ ਗਿਆ, ਮਾਫ ਕਰ ਦਿਓ ਸਤਿਗੁਰ ਮੈਨੂੰ ਜੋ ਕਸੂਰ ਹੋ ਗਿਆ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਬਦਾਵਾ ਪਾੜਿਆ, ਉਸ ਸਮੇਂ ਕੀ ਵਰ ਦਿੱਤੇ, ਮਹਾ ਸਿੰਘ ਜੀ ਪਿਆਰੇ ਤੁਸੀਂ ਬਖਸ਼ੇ ਗਏ ਹੋ ਸਾਰੇ। ਇੱਕ ਮਹਾ ਸਿੰਘ ਤੂੰ ਬਦਾਵਾ ਪੜਾਇਆ, ਤੂੰ ਨਹੀਂ, ਆ ਤੇਰੇ ਨਾਲ ਦੇ 40 ਸਿੰਘ ਨਹੀਂ, ਪੂਰੇ ਦਾ ਪੂਰਾ ਮਾਝਾ, ਜਿੰਦੇ ਵਿੱਚ 6 ਪਾਤਸ਼ਾਹੀਆਂ ਤਾਂ ਲਗਾਤਾਰ ਹੀ ਰਹੀਆਂ ਨੇ। ਜਿਸ ਮਾਝੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਵੱਡੇ ਵੱਡੇ ਤੀਰਥ, ਮਾਝੇ 'ਚ ਪਾਤਸ਼ਾਹੀਆਂ ਨੇ ਅਵਤਾਰ ਧਾਰਿਆ। ਇੱਕ ਪਾਤਸ਼ਾਹੀ ਨੇ ਅਵਤਾਰ ਧਾਰਿਆ ਮਾਲ ਵਿੱਚ, ਗੁਰੂ ਅੰਗਦ ਸਾਹਿਬ ਜੀ ਨੇ। ਬਾਕੀ ਇੱਕ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਪਾਤਸ਼ਾਹ ਦਾ ਸ਼ਾਇਦ ਇੱਥੇ ਅਵਤਾਰ ਹੋਇਆ ਦੁਆਬੇ 'ਚ। ਬਾਕੀ ਸਾਰੇ
ਮਾਝੇ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਿਰਾਏ ਸਾਹਿਬ ਦਾ ਕਿੱਥੇ ਪ੍ਰਕਾਸ਼ ਹੋਇਆ? ਕੀਰਤਪੁਰ ਸਾਹਿਬ। ਤੇ ਛੇਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਮ੍ਰਿਤਸਰ। ਇਹਨਾਂ ਪਾਤਸ਼ਾਹੀਆਂ ਦਾ ਪ੍ਰਕਾਸ਼ ਮਾਝੇ 'ਚ ਹੋਇਆ। ਮਹਾ ਸਿੰਘ ਜੀ ਪਿਆਰੇ ਤੁਸੀਂ ਬਖਸ਼ੇ ਗਏ ਸਾਰੇ, ਫਕਰ ਸੀਸ ਜਿਹੜਾ ਵਾਰੇ ਉਹ ਮਨਸੂਰ ਹੋ ਗਿਆ। ਮਨਸੂਰ ਦੀ ਸਭ ਤੋਂ ਵੱਡੀ ਕੁਰਬਾਨੀ ਹੈ। ਕੁਰਬਾਨੀ ਦਾ ਉੱਤਮ ਦਰਜਾ ਮਨਸੂਰ ਦਾ ਗਿਣਿਆ ਕਿ ਮਨਸੂਰ ਵਰਗੀ ਕੁਰਬਾਨੀ। ਕਹਿੰਦੇ ਨੇ ਉਹ ਸਿੱਖ ਮਨਸੂਰ ਦੇ ਬਰਾਬਰ ਉਹਦਾ ਉੱਤਮ ਦਰਜਾ ਹੋ ਗਿਆ ਜਿਹੜਾ ਆਪਣੇ ਸਿਰ ਨੂੰ ਵਾਰਦਾ ਹੈ ਤੇ ਗੁਰੂ ਤੋਂ ਬਖਸ਼ਿਸ਼ ਲੈਂਦਾ ਹੈ। ਮਰ ਕੇ ਗੁਰੂ ਦੇ ਚਰਨਾਂ ਦੇ ਵਿੱਚ ਉਸ ਨਿਰੰਕਾਰ ਦੇ ਦਿਹਾੜੀ ਕੋਈ ਆਸ਼ਿਕ ਪੁੱਜੇ ਮਰ ਕੇ। ਕਹਿੰਦੇ ਆਸ਼ਿਕ ਸਭ ਸਦਵਾਇਆ ਲੋੜੇ ਟੇਢੀ ਪਗੜੀ ਕਰਕੇ, ਸਿਰੋਂ ਪਰੇ ਪ੍ਰੇਮ ਦਾ ਡੇਰਾ ਸਭ ਮੁੜੇ ਆਏ ਡਰ ਕੇ। ਨਿਰੰਕਾਰ ਦੇ ਉਸ ਮਹਿਲ ਦਿਹਾੜੀ ਕੋਈ ਆਸ਼ਿਕ ਪੁੱਜੇ ਮਰ ਕੇ। ਇੰਨੀ ਕੁ ਕਿਰਪਾ ਕਰ ਦਿਓ ਤੁਸੀਂ, ਜਿੰਨੇ ਕੋ ਬੈਠੇ ਰਹੇ ਜੇ ਬੈਠੇ ਰਹੋ। ਸਾਡਾ ਸਮਾਂ ਹੁਣ ਬਹੁਤਿਆਂ ਨੂੰ ਭਾਈ ਬਿਠਾਓ ਨਾ, ਹਿਲਜੁਲ ਹੁੰਦੀ ਏ ਤੇ ਹਿਲਜੁਲ ਹੋਣੀ ਠੀਕ ਨਹੀਂ। ਜਾਂ ਜਿਹੜੇ ਬੈਠਣ ਆ ਰਹੇ ਨੇ ਭਾਈ ਜਲਦੀ ਬੈਠੋ, ਔਰ ਉੱਠਣ ਵਾਲੇ ਪਲੀਜ਼ ਬੇਨਤੀ ਹੈ ਉੱਠੋ ਨਾ, ਹੁਣ ਬੈਠੇ ਰਹੋ, ਸਮਾਪਤੀ ਤੱਕ ਬੈਠੇ ਰਹੋ ਜੀ। ਇਹਦਾ ਵੀ ਤੁਹਾਡੇ ਰੋਲੇ ਜੀ ਸਾਡਾ ਟਾਈਮ ਲੰਘ ਜੇ। ਜਿਸ ਚੀਜ਼ ਵਾਸਤੇ ਤੁਸੀਂ ਬੈਠਣ ਨੂੰ ਤਰਸਦੇ ਜੀ ਉਹ ਤੁਹਾਨੂੰ ਮਿਲੇ ਹੀ ਨਾ, ਫਿਰ ਉਦੋਂ ਨੂੰ ਅਸੀਂ ਸਤਿਨਾਮ ਵਾਹਿਗੁਰੂ ਬੋਲ ਦਈਏ। ਹੁਣ ਜਿੱਥੇ ਜਿੱਥੇ ਕੋਈ ਬੈਠਾ ਰਹਿਣ ਦਿਓ। ਅਸੀਂ ਬੈਠਕਾਂ ਕਢਾਉਣ ਨਹੀਂ ਆਏ ਤੁਹਾਡੀ। ਕੀਰਤਨ ਸੁਣੋ, ਆਨੰਦ ਲਵੋ। ਜਿਵੇਂ ਰੰਗ ਵੱਢਿਆ ਮੁੜ ਤੋਂ ਲੈ ਕੇ ਉਸੇ ਤਰ੍ਹਾਂ ਹੀ ਬੰਨੀ ਰੱਖੋ। ਕੀਰਤਨ ਕਰਨ ਵਾਲੇ ਦਾ ਵੀ ਫਿਰ ਖਿਆਲ ਜਾਂਦਾ। ਇੱਕ ਬੰਦਾ ਵੀ ਹਿਲਜੁਲ ਕਰੇ ਨਾ ਤੇ ਖਿਆਲ ਚਲਾ ਜਾਂਦਾ। ਸਾਡਾ ਸਰੀਰ ਹੈ ਨਾ, ਸਾਡੇ ਸਰੀਰ ਤੇ ਭਾਵੇਂ ਉਂਗਲ ਤੇ ਮਾੜੀ ਜੀ ਖਾਸ ਹੋਵੇ ਤੇ ਸਾਡਾ ਖਿਆਲ ਉੱਥੇ ਚਲਾ ਜਾਂਦਾ। ਇਹ ਸਰੀਰ ਬਣ ਜਾਂਦਾ ਕੀਰਤਨ ਕਰਨ ਵਾਲੇ ਦਾ। ਸੰਗਤ ਚੋਂ ਇੱਕ ਵੀ ਹਿਲਜੁਲ ਕਰੇ, ਸਰੀਰ ਚੋਂ ਕਿਤੇ ਵੀ ਮਾੜੀ ਜਿਹੀ ਵੀ ਗੜਬੜ ਹੋਵੇ, ਕੋਈ ਚੁੰਝ ਲੱਗੇ, ਕੋਈ ਮੱਛਰ ਮੱਖੀ ਲੜੇ, ਕਿਸੇ ਸਰੀਰ ਦੇ ਹਿੱਸੇ ਤੇ ਮਾੜੀ ਜਿਹੀ ਵੀ ਕੋਈ ਹਰਕਤ ਹੋਵੇ, ਪੂਰੇ ਸਰੀਰ ਦਾ ਖਿਆਲ ਉਧਰ ਚਲਾ ਜਾਂਦਾ, ਸੁਰਤ ਉਧਰ ਚਲੀ ਜਾਂਦੀ। ਇਸ ਕਰਕੇ ਭਾਈ ਸਾਰੀ ਸਾਧ ਸੰਗਤ ਫਿਰ ਇਹ ਸਾਰਾ ਇੱਕ ਸਰੀਰ ਹੀ ਬਣ ਜਾਂਦਾ, ਇੱਕ ਸਰੂਪ ਹੀ। ਸਾਰੇ ਜੁੜ ਕੇ ਆਪਾਂ ਕੀਰਤਨ ਕਰੀਏ, ਕਥਾ ਕਰੀਏ ਤੇ ਬੜਾ ਆਨੰਦ ਹੁੰਦਾ ਹੈ, ਬੜਾ ਰਸ ਹੁੰਦਾ ਹੈ। ਤੇ ਮਾੜੀ ਜਿਹੀ ਵੀ ਹਿਲਜੁਲ ਹੋਵੇ ਉਹਦੇ ਵਿੱਚ ਫਿਰ ਗੜਬੜ ਹੋ ਜਾਂਦੀ। ਇਸ ਕਰਕੇ ਇੰਨੀ ਕੁ ਬੇਨਤੀ ਕਿ ਜਿੰਨਾ ਕੁ ਸਮਾਂ ਹੈ ਇਹ ਆਪਾਂ ਮਨ ਟਿਕਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਿੱਥੇ ਜਿੱਥੇ ਕੋਈ ਬੈਠਾ ਹੈ, ਸਭ ਤੋਂ ਵੱਡਾ ਪਤਾ ਕੀ ਹੈ? ਆਹ ਦਰਬਾਰ ਲੱਗਿਆ ਜੀ ਨਾ, ਇਹਦੇ ਵਿੱਚ ਇਹ ਨਹੀਂ ਕਿ ਸਭ ਤੋਂ ਵੱਡਾ ਅੱਗੇ ਬਹਿਣਾ, ਇਹ ਵੀ ਨਹੀਂ ਕਿ ਸਭ ਤੋਂ ਵੱਡਾ ਇਸ ਦਰਬਾਰ 'ਚ ਥਾਂ ਮਿਲ ਜੇ ਉੱਥੇ ਬਹਿਣਾ ਹੈ। ਤੇ ਕੋਈ ਬੰਦਾ ਕੋਸ਼ਿਸ਼ ਕਰੇ ਕਿ ਮੈਂ ਜਾ ਕੇ ਵੱਡੀ ਥਾਂ ਤੇ ਬੈਠਾ, ਅੱਗੇ ਹੋ ਕੇ ਮੈਂ ਜਾ ਕੇ ਵੱਡੀ ਥਾਂ ਤੇ ਬੈਠਾ। ਇੱਧਰ ਸੰਗਤ ਦੇ ਵਿੱਚ ਸਭ ਤੋਂ ਵੱਡੀ ਜਗ੍ਹਾ ਹੈ ਜਿੱਥੇ ਤੁਸੀਂ ਹੈਗੇ ਜੋ ਉੱਥੇ ਬੈਠ ਜਾਓ। ਸਭ ਤੋਂ ਵੱਡੀ ਥਾਂ ਹੈ ਕਿ ਕਿਸੇ ਇੱਕ ਨੂੰ ਵੀ ਤੁਹਾਡਾ ਪੈਰ ਨਾ ਲੱਗੇ, ਹੱਥ ਨਾ ਲੱਗੇ, ਕਿਸੇ ਦੀ ਹਿਲਜੁਲ ਨਾ ਹੋਵੇ। ਸਭ ਤੋਂ ਵੱਡਾ ਸਥਾਨ ਹੈ ਕਿ ਮਜਲ ਮਾਹੀ ਦੀ ਔਖੀ ਘਾਟੀ, ਸੰਭਲ ਸੰਭਲ ਪੱਗ ਧਰਨਾ ਨਾਲੇ ਡਰਨਾ। ਇਹ ਭੈ ਵੱਡਾ ਹੈ, ਡਰ ਵੱਡਾ ਹੈ ਸੰਗਤ ਦੇ ਵਿੱਚ ਕਿ ਮੈਂ ਕਿਤੇ ਕੋਈ ਗਲਤੀ ਨਾ ਕਰ ਬੈਠਾ, ਕਿਸੇ ਦੀ ਹਿਲਜੁਲ ਨਾ ਹੋ ਜੇ, ਕਿਸੇ ਨੂੰ ਮੇਰਾ ਪੈਰ ਧੱਕਾ ਨਾ ਲੱਗ ਜਾਵੇ। ਸਭ ਤੋਂ ਵੱਡਾ ਹੈ ਗੁਰੂ ਦਾ ਭੈ ਕਰਨਾ। ਇਹ ਨਹੀਂ ਕਿ ਇੱਥੇ ਬਹਿਣਾ, ਉੱਥੇ ਬਹਿਣਾ, ਸਟੇਜ ਤੇ ਬਹਿਣਾ, ਇੱਧਰ ਬਹਿਣਾ। ਇਹ ਸਭ ਤੋਂ ਵੱਡਾ ਹੈ। ਇੱਥੇ ਸਭ ਤੋਂ ਵੱਡਾ ਹੈ ਸੰਭਲ ਸੰਭਲ ਪੱਗ ਧਰਨਾ ਨਾਲੇ ਡਰਨਾ। ਬੇਅਦਬਾਂ ਦੀ ਜਾਏ ਨਾ ਉੱਥੇ,
ਹੋਏ ਮਨਸੂਰ ਰਹਿਣਾ ਤੇ ਸੂਲੀ ਚੜਨਾ। ਇੱਥੇ ਸਭ ਤੋਂ ਵੱਡਾ ਹੈ ਗੁਰੂ ਦਾ ਭੈ, ਗੁਰੂ ਦਾ ਡਰ। ਤੇ ਭੈ 'ਚ ਨਿਰਭਉ ਪਾਈਏ, ਡਰ ਦੇ ਵਿੱਚ ਹੀ, ਪਿਆਰ ਦੇ ਵਿੱਚ। ਤੁਸੀਂ ਤਾਂ ਇੱਥੇ ਦਰਬਾਰ 'ਚ ਆ ਗਏ ਜੀ ਨਾ। ਭਾਈ ਗੁਰਸ਼ਰਨ ਸਿੰਘ ਨੇ ਦੱਸਿਆ ਜਿਹੜੇ ਟੀਵੀ ਅੱਗੇ ਬੈਠੇ ਉਹਨਾਂ ਦਾ ਕੀ ਬਣੇਗਾ? ਉਹ ਉੱਡ ਕੇ ਆਉਣਗੇ। ਉਹ ਸਿਦਕ ਕਰਕੇ ਬੈਠੇ ਉੱਥੇ। ਜਿਹੜੇ ਮੋਬਾਈਲ ਤੇ ਬੈਠੇ ਉਹ ਸਿਦਕ ਕਰਕੇ ਬੈਠੇ ਆ। ਤੁਸੀਂ ਇੱਥੇ ਸੰਗਤ ਵਿੱਚ ਪਹੁੰਚ ਗਏ ਜੇ, ਥੱਲੇ ਬੈਠੇ ਥੱਲੇ ਹੀ ਸਿਦਕ ਕਰ ਲਓ। ਉਹ ਕਿੱਥੇ ਬੈਠੇ? ਕੋਈ ਜਿਹੜਾ ਅਮਰੀਕਾ ਬੈਠਾ ਹੁਣ ਕੀ ਕਰੇਗਾ? ਉੱਥੇ ਮਾਰੇਗਾ ਡਾਰੀ ਦੇ, ਇੱਥੇ ਆ ਕੇ ਬੈਠੇਗਾ ਵਿੱਚ। ਪਰ ਉਹ ਬੈਠੇ ਨੇ ਜਿਹੜੇ ਇਸ ਸੰਗਤ ਦਾ ਰਸ ਆਨੰਦ ਲੈ ਰਹੇ ਨਾ, ਉਹ ਕਿਤੇ ਵੀ ਬੈਠੇ ਆ ਨਾ, ਉਹ ਇੱਥੇ ਸੰਗਤ ਵਿੱਚ ਹਾਜ਼ਰ ਨੇ। ਸਤਿ ਸ੍ਰੀ ਅਕਾਲ। ਹਰ ਚੀਜ਼ ਦਾ ਜਵਾਬ ਗੁਰਬਾਣੀ ਚੋਂ ਮਿਲੇਗਾ, ਗੁਰੂ ਇਤਿਹਾਸ ਚੋਂ ਮਿਲੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਸਿੱਖਾਂ ਦੀ ਇੱਕ ਕਥਾ ਆਉਂਦੀ ਨਾ, ਕਿ ਇੱਕ ਸਿੱਖ ਤਮਾਸ਼ਾ ਦੇਖਣ ਚਲੇ ਗਏ, ਇੱਕ ਪੈਰੇ ਦੇ ਖੜੇ ਰਹੇ। ਉਹ ਕਹੇ ਵੀ ਗੁਰੂ ਸਾਹਿਬ ਉੱਠਣਾ ਪੈਣ ਕਿਤੇ। ਤਮਾਸ਼ਾ ਵਾਲੇ ਜਿਹੜੇ ਉਹ ਦੇਖਣ ਤਾਂ ਚਲੇ ਗਏ, ਪਰ ਉਹਨਾਂ ਦੇ ਭਾਅ ਹੀ ਬਣੀ ਰਹੀ ਕਿ ਜੇ ਮਹਾਰਾਜ ਉੱਠ ਕੇ ਪਤਾ ਨਹੀਂ ਸਾਡਾ ਕੀ ਹੋਏਗਾ, ਸਾਡੀ ਗੈਰ ਹਾਜ਼ਰੀ ਲੱਗ ਜਾਏਗੀ। ਅਸੀਂ ਤਮਾਸ਼ਾ ਦੇਖਣ ਆ ਗਏ ਆ। ਹੁਣ ਤੁਹਾਡੇ ਫਿਲਮਾਂ ਚੱਲਦੀਆਂ, ਹੁਣ ਤਾਂ ਫਿਲਮਾਂ ਵੀ ਪਿੱਛੇ ਗਈਆਂ। ਪਹਿਲੋਂ ਫਿਲਮਾਂ ਦਾ ਬੜਾ ਹੁੰਦਾ ਸੀ ਵੀ ਜਾ ਕੇ ਥੀਏਟਰ ਦੇ ਵਿੱਚ ਦੇਖੋ, ਕਿਤੇ ਕਿਤੇ ਕੋਈ ਥੀਏਟਰ ਹੁੰਦਾ ਸੀ। ਮੇਰਾ ਭਰਾ ਮੇਰੇ ਤੋਂ ਕਈ ਕੰਮ ਕਰਾਉਂਦਾ ਰਿਹਾ, ਤੇ ਮੈਨੂੰ ਉਹਨੇ ਲਾਲਚ ਦਿੱਤਾ ਸੀ ਛੋਟੇ ਨੂੰ ਵੀ ਮੈਂ ਤੈਨੂੰ ਫਿਲਮ ਦਿਖਾਵਾਂਗਾ ਮੋਗੇ ਜਾ ਕੇ। ਤੇ ਫਿਲਮ ਦਾ ਮੈਂ ਨਾਂ ਨਹੀਂ ਲੈਣਾ, ਚੰਗਾ ਨਹੀਂ ਲੱਗਦਾ ਹੁੰਦਾ। ਬੱਚੇ ਅਸੀਂ ਸ਼ੌਕ ਸੀ ਮਨ 'ਚ ਵੀ ਜਾਵਾਂਗੇ, ਪਿੰਡ 'ਚ ਰਹਿਣ ਵਾਲੇ ਸੀ ਤੇ ਜਾ ਕੇ ਫਿਲਮ ਦੇਖਾਂਗੇ। ਉਹ ਮੈਨੂੰ ਕਈ ਸਵਾਲ ਪਾਉਂਦਾ ਰਿਹਾ ਵੀ ਆਹ ਵੀ ਕਰ, ਤੈਨੂੰ ਮੈਂ ਫਿਲਮ ਦਿਖਾਵਾਂਗਾ, ਆਹ ਵੀ ਕਰ। ਉਸ ਸਮੇਂ ਤਮਾਸ਼ਾ ਸੀ, ਉਹ ਵੀ ਫਿਲਮ ਹੀ ਸੀ, ਲੋਕ ਕਰਦੇ ਸੀ। ਉਹ ਰਾਸ ਤਮਾਸ਼ਾ ਦੇਖਣ ਸਿੱਖ ਚਲੇ ਗਏ, ਪਰ ਸਿੱਖਾਂ ਦਾ ਮਨ ਗੁਰੂ ਵਾਲੇ ਪਾਸੇ ਰਿਹਾ ਵੀ ਅਸੀਂ ਕਿਉਂ ਆ ਗਏ। ਗੁਰੂ ਮਹਾਰਾਜ ਉੱਠ ਕੇ ਪੁੱਛ ਲਿਆ, ਕੀ ਜਵਾਬ ਹੋਏਗਾ? ਸਵੇਰੇ ਗੁਰੂ ਸਾਹਿਬ ਨੇ ਬੁਲਾ ਲਿਆ ਵੀ ਸਿੱਖੋ, ਤੁਹਾਡੇ ਚੋਂ ਸਿੱਖ ਗੈਰ ਹਾਜ਼ਰ ਹੋਏ ਆ। ਕਹਿੰਦੇ ਮਹਾਰਾਜ ਉਹ ਇਹ ਗੈਰ ਹਾਜ਼ਰ। ਗੁਰੂ ਸਾਹਿਬ ਕਹਿੰਦੇ ਨਹੀਂ ਬਈ, ਇਹ ਤਾਂ ਹਾਜ਼ਰ ਸੀ, ਤੁਸੀਂ ਗੈਰ ਹਾਜ਼ਰ ਸੀ। ਕਹਿੰਦੇ ਜੀ ਅਸੀਂ ਤਾਂ ਮਹਾਰਾਜ ਇੱਥੇ ਬੈਠੇ ਸੀ, ਅਸੀਂ ਪਹਿਰੇ ਤੇ ਰਹੇ, ਇਹ ਚਲੇ ਗਏ ਸੀ। ਗੁਰੂ ਸਾਹਿਬ ਕਹਿੰਦੇ ਸਿੱਖੋ, ਹਾਜ਼ਰੀ ਇਹਨਾਂ ਦੀ ਲੱਗ ਰਹੀ ਹੈ, ਤੁਹਾਡੀ ਗੈਰ ਹਾਜ਼ਰੀ ਲੱਗ ਰਹੀ ਹੈ। ਸਾਡਾ ਜਿਹੜਾ ਸੰਬੰਧ ਹੈ ਇਹਦੇ ਨਾਲ ਹੈ, ਬਾਹਰਲੇ ਨਾਲ ਨਹੀਂ। ਆਖੋ ਸੀ ਹਿਰਦਿਆਂ ਦੇ ਨਾਲ ਹੈ। ਜਿਹੜੇ ਹਿਰਦਿਆਂ ਦੇ ਨਾਲ ਦੇਸ਼ ਪ੍ਰਦੇਸ਼ ਵਿੱਚ ਬੈਠੇ ਵੇਖ ਰਹੇ ਨੇ, ਕਲਗੀਧਰ ਕਹਿੰਦੇ ਮੇਰਾ ਉਹਦੇ ਨਾਲ ਸੰਬੰਧ ਹੈ ਜਿਹੜੇ ਹਿਰਦਿਆਂ ਨਾਲ ਜੁੜੇ ਬੈਠੇ ਆ। ਤੁਹਾਡੇ ਤੇ ਬਖਸ਼ਿਸ਼ ਹੋਈ ਕਿ ਤੁਸੀਂ ਮਨ ਕਰਕੇ ਵੀ, ਤਨ ਕਰਕੇ ਵੀ, ਬਾਣੀ ਕਰਕੇ ਵੀ ਜੁੜੇ ਹੋਏ ਜੀ। ਗੁਰੂ ਸਾਹਿਬ ਬਾਣੀ 'ਚ ਲਿਖਿਆ ਹੈ, ਆਪ ਹਾਥ ਦੇ ਰਾਖ ਮੋਹੇ ਮਨ ਕਰਮ ਬਚਨ ਵਿਚਾਰ। ਮੈਨੂੰ ਆਪਦੀ ਰੱਖਿਆ ਬਖਸ਼ਿਸ਼ ਕਰਕੇ ਰੱਖ ਲਓ, ਮਨ ਕਰਕੇ, ਕਰਮਾਂ ਕਰਕੇ। ਮੇਰੇ ਕਰਮ ਜਿਹੋ ਜਿਹੇ ਵੀ ਨੇ, ਮੇਰੀ ਬੋਲ ਬਾਣੀ ਕਰਕੇ, ਮੇਰੀ ਵਿਚਾਰ ਕਰਕੇ। ਆਪਾਂ ਕਹਿੰਦੇ ਮਨ ਤਨ ਧਨ, ਇੱਥੇ ਆ ਮਨ ਬਚਨ ਕਰਮ ਵਿਚਾਰ, ਕਿ ਮਨ ਤੁਹਾਡਾ ਕਿਵੇਂ ਆ, ਕਰਮ ਤੁਹਾਡਾ ਕਿਵੇਂ ਆ, ਬਚਨ ਤੁਹਾਡਾ ਕਿਵੇਂ ਆ, ਵਿਚਾਰ ਤੁਹਾਡੀ ਕੀ ਹੈ। दास जानकर दास पर कीजे कृपा पार, उत्तम ब्रह्म ज्ञानियां महापुरुषों के श्लोक उत्तम श्लोक होंगे ते डूंगियां विचारां होंदियां। उन्हें कहा दास कलगीधर पातशाह दा दास जानकर दास पर कीजे कृपा पार, बहुत बड़ी कृपा कर दियो कि मेरे ते मन करके कर्म करके जे खोटा है तो इनू भी चंगा कर दियो। जे बोल बाणी भी गलत
ਗਲਤ ਹੈ, ਇਹਨੂੰ ਸ਼ੁੱਧ ਕਰ ਦਿਓ। ਜੇ ਮੇਰੇ ਵਿਚਾਰ ਵੀ ਨਹੀਂ ਅੱਛੇ ਤੇ ਵਿਚਾਰ ਵੀ ਕਿਰਪਾ ਕਰਨੀ, ਉਹ ਵਿਚਾਰ ਵੀ ਚੰਗੇ ਬਣ ਜਾਣ। ਇਹ ਨਾ ਹੋਵੇ ਕਿ ਵਿਚਾਰ ਮਾੜਾ ਆਵੇ, ਬੋਲ ਚੰਗਾ ਬੋਲੀ ਜਾਵੇ। ਵਿਚਾਰ ਅੰਦਰ ਮਾੜਾ ਹੈ, ਖੋਟ ਹੈ, ਪਰ ਇੱਥੇ ਕਿਹਾ ਮਨ ਕਰਮ ਬਚਨ ਵਿਚਾਰ, ਸਾਰੇ ਪਾਸੇ ਸਾਡੇ ਸਿਰ ਤੇ ਹੱਥ ਰੱਖਣਾ, ਸਾਨੂੰ ਆਪਦੇ ਚਰਨਾਂ ਦੇ ਨਾਲ ਜੋੜਨਾ। ਮਨ ਕਰਕੇ, ਕਰਮ ਕਰਕੇ, ਬਚਨ ਕਰਕੇ, ਵਿਚਾਰ ਕਰਕੇ, ਜਿੱਥੇ ਜਿੱਥੇ ਵੀ ਕੋਈ ਗੁਰਮੁਖ ਪਿਆਰਾ ਸੰਗਤ ਵਿੱਚ ਬੈਠਦਾ ਹੈ, ਉਹ ਬੜਾ ਵਡਭਾਗੀ ਹੁੰਦਾ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲਾਈ, ਜਿਨ੍ਹਾਂ ਗੁਰੂ ਪਿਆਰਾ ਮਨ ਚਿੱਤ। ਹੁਣ ਦੋਨਾਂ ਦਾ ਕੀਤਾ ਵੀ ਇਹਨਾਂ ਵਿੱਚ ਕਿਹੜੇ ਜਿਹੜੇ ਇੱਥੇ ਕੋਲ ਨੇ, ਉਹ ਕਿ ਜਿਹੜੇ ਬਾਹਰ ਸੇਵਾ ਕਰਦੇ ਪਏ ਨੇ, ਉਹ ਜਿਹੜੇ ਸੇਵਾ ਦੇ ਜੁਟੇ ਹੋਏ ਪਏ ਨੇ, ਉਹ ਕਹਿੰਦੇ ਨਹੀਂ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਜਿਨ੍ਹਾਂ ਦੇ ਗੁਰੂ ਪਿਆਰਾ ਮਨ ਤੇ ਚਿੱਤ ਵਿੱਚ ਨਾ, ਉਹ ਵੱਡੇ ਆ। ਤਿਨਾ ਭਾਉ ਗੁਰੂ ਦੀ ਵਾਈਆਂ, ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਪਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ। ਸੰਗਤ ਦੇ ਵਿੱਚ ਪਿਆਰ ਤੇ ਸ਼ਰਧਾ ਦੇ ਨਾਲ ਜੁੜੇ ਰਹਿਣਾ ਹੈ, ਕਥਾ ਕੀਰਤਨ ਕਰਦੇ ਰਹਿਣਾ ਹੈ। ਇੱਥੇ ਸੰਗਤ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਵਰਤਦੇ ਆ। ਆਪਣੀ ਜਿਹੜੀ ਵਿਆਖਿਆ ਸੀ ਵੀ ਇਹ ਸੰਗਤ ਰਹਿਣ ਸਬਾਈ ਕਿੰਨੀ ਕੁ ਵੱਡੀ, ਕਿੰਨੀ ਕੁ ਵੱਡੀ। ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਦੀ ਰਹਿਣ ਸਬਾਈ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਪੂਰੇ ਸਾਲ ਦਾ ਫਲ ਹੈ, ਪੂਰੇ ਸਾਲ। ਤੇ ਮਾਘ ਦੇ ਮਹੀਨੇ ਨੂੰ ਕਹਿੰਦੇ ਸੀ ਇਹ ਮਹੀਨਾ ਪੂਰੇ ਸਾਲ ਦੇ ਬਰਾਬਰ ਹੈ। ਮਾਘ ਦਾ ਮਹੀਨਾ ਪੂਰੇ ਸਾਲ ਦੇ ਬਰਾਬਰ ਹੈ। ਇਸ ਕਰਕੇ ਮਾਘ ਦੇ ਮਹੀਨੇ ਸੰਗਤਾਂ ਅੰਮ੍ਰਿਤ ਵੇਲੇ ਨਾਨਕਸਰ ਜੁੜਦੀਆਂ ਨੇ ਤੇ ਸੱਚਖੰਡ ਦੇ ਦਰਸ਼ਨ ਕਰਨ ਜਾਂਦੀਆਂ। ਸਵੇਰੇ ਸ਼ਾਮ ਕਥਾ ਕੀਰਤਨ ਸੱਚਖੰਡ ਭੋਰੇ 'ਚ ਹੁੰਦਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਬਹੁਤ ਵੱਡਾ ਤਪ ਸਥਾਨ, ਸੱਚਖੰਡ ਸਥਾਨ, ਭਗਤੀ ਦਾ ਸਥਾਨ ਨਾਨਕਸਰ ਬਣਾਇਆ ਹੈ, ਭਗਤੀ ਦਾ ਘਰ। ਮਾਘ ਦੇ ਮਹੀਨੇ ਦਾ ਮਹਾਤਮ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜਿਹੜੇ ਇਹ ਹਸਪਤਾਲ ਵਿੱਚ ਪਤਾ ਨਹੀਂ ਕਿੰਨੇ ਕੁ ਇਲਾਜ, ਕਿੰਨਾ ਕੋਈ ਇੱਥੇ ਸ਼ੁਰੂ ਕਰਨਾ ਹੈ, ਇਹਨਾਂ ਦਾ ਪ੍ਰੋਗਰਾਮ ਹੈ ਕਿਸ ਤਰੀਕੇ, ਬਹੁਤ ਵੱਡਾ ਸੋਹਣਾ ਉਪਰਾਲਾ ਹੈ। ਗੁਰੂ ਸਾਹਿਬ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਨੇ ਤੇ ਸਾਡਾ ਇਹਨਾਂ ਨਾਲ ਸਹਿਯੋਗ ਮੁੜ ਤੋਂ ਹੀ ਜਦੋਂ ਤੋਂ ਇਧਰੋਂ ਕਾਨਪੁਰ ਕਿੱਥੋਂ ਆਏ ਸੀ, ਬੰਬੇ ਤੋਂ। ਬੰਬੇ ਤੋਂ। ਹਾਂ, ਤੇ ਉਦੋਂ ਦਾ ਹੀ ਸਾਡਾ ਆਪਸ ਵਿੱਚ, ਮੈਂ ਉੱਥੇ ਲੁਧਿਆਣੇ ਵਾਲੇ ਗੁਰਦੁਆਰੇ ਸੀ, ਇਹ ਭਾਈ ਰਣਧੀਰ ਸਿੰਘ ਵਿੱਚ ਇਹਨਾਂ ਦਾ ਵਾਸਾ ਹੋਇਆ ਸੀ, ਆਣ ਕੇ ਉੱਥੇ ਹੋਇਆ ਸੀ ਜੀ। ਉੱਥੇ ਸਾਡਾ ਇਹਨਾਂ ਦਾ ਆਪਸ ਵਿੱਚ ਫਿਰ ਪਿਆਰ ਬਣਿਆ ਸੀ। ਦਾਸ ਉੱਥੇ ਬਾਬਾ ਕੁੰਦਨ ਸਿੰਘ ਮਹਾਰਾਜ ਨੇ ਡਿਊਟੀ ਲਾਈ ਸੀ। ਜ਼ਿੰਦਗੀ ਦਾ ਵਾਧਾ ਹਿੱਸਾ ਦਾਸ ਇੱਥੇ ਹੀ ਰਿਹਾ। ਸਾਰੀ ਜਵਾਨੀ ਤਕਰੀਬਨ 15 ਸਾਲ ਤੋਂ ਲੈ ਕੇ ਸਾਰੀ ਜਵਾਨੀ ਮੇਰੀ 30 ਸਾਲ ਤੱਕ, 30-32 ਸਾਲ ਤੱਕ ਇੱਥੇ ਹੀ ਗੁਜ਼ਰੀ ਹੈ। ਨਹਿਰ ਵਾਲੇ ਠਾੜ ਤੇ ਬਾਬਾ ਜੀ ਨੇ ਸੇਵਾ ਲਾਈ ਹੋਈ ਸੀ। ਆ ਬਾਬਾ ਕੁੰਦਨ ਸਿੰਘ ਮਹਾਰਾਜ ਵੀ ਆਉਂਦੇ ਸੀ। ਅਨੇਕਾਂ ਮੇਰੀ ਜ਼ਿੰਦਗੀ ਦੇ ਕੌਤਕ ਇਸ ਥਾਂ ਤੇ ਹੋਏ ਨੇ। ਬਾਬਾ ਕੁੰਦਨ ਸਿੰਘ ਜੀ ਨੇ ਇੱਥੇ ਲਿਆਈ ਸੀ ਡਿਊਟੀ। ਛੋਟੇ ਜਿਹੇ ਨੂੰ ਮਨ ਦਾ ਵਿਚਾਰ ਸੀ ਬਾਬਾ ਜੀ ਕੋਲ ਆਉਣ ਦਾ, ਰਹਿਣ ਦਾ। 11 ਸਾਲ ਦੀ ਉਮਰ ਵਿੱਚ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਜੀ ਨੇ ਰੱਖ ਲਿਆ ਸੀ। ਪੰਜਵੀਂ 'ਚ ਪੇਪਰ ਦੇ ਕੇ ਮੈਂ ਇਹਨਾਂ ਹੀ ਦਿਨਾਂ ਵਿੱਚ ਬਾਬਾ ਜੀ ਦੇ ਚਰਨਾਂ 'ਚ ਆਇਆ ਸੀ। ਮਾਘ ਦੇ ਮਹੀਨੇ ਵਿੱਚ ਤੇ ਮਾਘ ਫੱਗਣ ਦੇ ਵਿੱਚ ਆਇਆ ਸੀ ਬਾਬਾ ਜੀ ਦੇ ਚਰਨਾਂ 'ਚ। ਤੇ ਉਦੋਂ ਤੋਂ ਲੈ ਕੇ ਫਿਰ ਬਾਬਾ ਜੀ ਨੇ ਕਾਫੀ ਸਮਾਂ ਇੱਥੇ ਸੇਵਾ ਦਾ ਮੌਕਾ ਮਿਲਿਆ। ਇੱਕ ਵਾਰੀ ਸੇਵਾ ਕਰਦਿਆਂ ਕਰਦਿਆਂ ਮਹਾਂਪੁਰਸ਼ਾਂ ਦੇ
ਬੜੀ ਵੱਡੀ ਸ਼ਕਤੀ, ਬੜਾ ਵੱਡਾ ਬਲ ਹੁੰਦਾ ਹੈ। ਸੇਵਾ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਕਰਮ, ਹਰ ਤਰ੍ਹਾਂ ਦੇ ਦੁੱਖ ਸੁੱਖ, ਹਰ ਤਰ੍ਹਾਂ ਦੇ ਵਿਘਨ ਇਹ ਦੂਰ ਹੁੰਦੇ ਜਾਂਦੇ ਆ, ਨੇੜੇ ਨਹੀਂ ਆਉਂਦੇ, ਇਹ ਪਰੇ ਹੁੰਦੇ ਜਾਂਦੇ ਆ। ਜਦੋਂ ਆਦਮੀ ਸੰਗਤ ਤੋਂ ਪਰੇ ਹੁੰਦਾ ਹੈ ਉਹ ਫਿਰ ਸਾਰੇ ਉਰੇ ਹੋ ਜਾਂਦੇ ਆ। ਵਾਹ। ਜੇ ਉਰੇ ਰਹਿੰਦਾ ਹੈ ਸੰਗਤ ਵਿੱਚ ਉਹ ਸਾਰੇ ਪਰੇ ਹਟ ਜਾਂਦੇ, ਪਿੱਛੇ ਹਟ ਜਾਂਦੇ। ਸਾਡੇ ਕਰਮਾਂ ਦੇ ਜਿੰਨੇ ਵਿਘਨ ਦੁੱਖ ਤਕਲੀਫਾਂ ਨੇ ਉਹ ਸਾਡੇ ਤੋਂ ਪਿੱਛੇ ਹਟ ਗਏ, ਵਾਹਿਗੁਰੂ। ਪਰ ਉਹ ਖੜੇ ਨੇ ਅਜੇ ਕਿ ਤੂੰ ਛੱਡ ਸੀ ਗੁਰੂ ਨੂੰ, ਤੈਨੂੰ ਉਦੋਂ ਹੀ ਘੇਰਾ ਪਾ ਲੈਣਾ ਸੀ। ਉਹ ਵੀ ਇੱਕੇ ਪੈਣ ਵੀ ਅਸੀਂ ਇਹ ਬਦਲਾ ਲੈਣਾ ਤੇਰੇ ਕੋਲ। ਬਾਬਾ ਜੀ ਦੇ ਵੇਲੇ ਕਿਸੇ ਸੰਗੀ ਦੇ ਘਰ ਪੁੱਤਰ ਹੋਇਆ, ਉਹ ਸੇਵਾ ਬਹੁਤ ਕਰਦੇ ਸੀ ਦਿਨ ਰਾਤ। ਜਦੋਂ ਬੱਚਾ ਹੋਇਆ ਤੇ ਲੈ ਕੇ ਆਏ ਤੇ ਮਹਾਂਪੁਰਸ਼ ਛੱਡ ਕੇ ਵੀ ਭਾਈ ਇਹਦੀ ਸਮਾਪਤੀ ਕਰ ਦਿਓ, ਇਹਨੂੰ ਦਫਨਾ ਦਿਓ। ਬੱਚੇ ਨੂੰ ਕਹਿੰਦੇ ਦਫਨਾ ਦਿਓ, ਪਰ ਉਹ ਬੜੇ ਸਿਦਕ ਵਾਲੇ ਸੀ, ਪ੍ਰੇਮ ਵਾਲੇ ਸੀ, ਉਹਨਾਂ ਨੇ ਦਫਨਾ ਦਿੱਤਾ। ਦੂਸਰਾ ਬੱਚਾ ਹੋਇਆ, ਉਹ ਲਿਆਏ ਬਾਬਾ ਜੀ ਦੇ ਕੋਲ। ਬਾਬਾ ਜੀ ਕਹਿੰਦੇ ਭਾਈ ਇਹਨੂੰ ਵੀ ਦਫਨਾ ਦਿਓ। ਕਿਸੇ ਨਾ ਕਿਸੇ ਤਰੀਕੇ ਹਾਦਸਾ ਬੱਚਾ ਹੋ ਜੇ, ਮਰ ਜਾਂਦਾ, ਗਰਭ 'ਚ ਮਰ ਜਾਂਦਾ, ਜਨਮ ਲੈ ਕੇ ਮਰ ਜਾਂਦਾ, ਕਿਸੇ ਗੱਲ ਤੇ ਕੋਈ ਇਹੋ ਜਿਹੀ ਚੀਜ਼ ਹੋ ਜੇ, ਪਰ ਇਹਦੇ ਤੇ ਜਾਣ ਕੇ ਮਹਾਂਪੁਰਖਾਂ ਨੇ ਹਰਕਤ ਕਰਾਈ, ਉਸ ਦਾ ਅੰਤ ਨਹੀਂ। ਦੋ ਬੱਚਿਆਂ ਨੂੰ ਇਸ ਤਰ੍ਹਾਂ ਹੋਇਆ। ਸੇਵਾ ਉਹਨਾਂ ਫਿਰ ਵੀ ਡਟ ਕੇ ਕੀਤੀ, ਸੰਤੋਖੀ ਸੀ, ਸਬਰ ਵਾਲੇ ਸੀ। ਸੰਗਤ ਵਿੱਚੋਂ ਕੁਝ ਸਾਖੀਆਂ ਇਤਿਹਾਸ ਪੜ੍ਹਿਆ ਹੋਇਆ ਸੀ, ਸੁਣਿਆ ਹੋਇਆ ਸੀ ਕਿ ਜੋ ਤੁਮ ਕਰੋ ਸੋਈ ਭਲ ਹਮਾਰੇ। ਜੋ ਕੁਝ ਹੋ ਰਿਹਾ ਸਾਡੇ ਭਲੇ ਦਾ ਹੋ ਰਿਹਾ, ਇਹੀ ਪੜ੍ਹਨ ਦੀ ਲੋੜ ਹੈ ਕਿ ਬੁਰਾ ਨਹੀਂ ਸਭ ਭਲਾਈ ਦੇ। ਗੁਰੂ ਸਾਹਿਬ ਕਹਿੰਦੇ ਦਵੈ ਨਹੀਂ ਸਭ ਏਕੇ। ਤੇਰੇ ਨਾਲ ਬੁਰਾ ਨਹੀਂ ਹੋ ਰਿਹਾ ਜੇ ਤੂੰ ਸੰਗਤ ਵਿੱਚ ਆ ਰਿਹਾ ਹੈ, ਨਾਮ ਜਪ ਰਿਹਾ ਹੈ, ਗੁਰੂ ਨਾਲ ਜੁੜਿਆ। ਇਹ ਜਿਹੜਾ ਬੰਦਾ ਕਹਿੰਦਾ ਨਾ ਮੈਂ ਪਾਠ ਵੀ ਕਰਦਾ, ਗੁਰੂ ਕੋਲ ਵੀ ਆਉਣਾ, ਸੰਗਤ ਵੀ ਕਰਨਾ, ਫਿਰ ਵੀ ਮੇਰੇ ਨਾਲ ਆ ਕੁਝ ਹੋਇਆ, ਸਾਡੀ ਸਮਝਣ 'ਚ ਗਲਤੀ ਹੈ। ਸਾਡੇ ਨਾਲ ਬਹੁਤ ਹੀ ਚੰਗਾ ਹੋਇਆ ਹੈ। ਆਖੋ ਸੀ ਸਤਿ ਸ੍ਰੀ ਅਕਾਲ। ਦੋ ਬੱਚਿਆਂ ਦਾ ਐਵੇਂ ਅੰਤ ਹੋਇਆ। ਤੀਸਰੇ ਬੱਚੇ ਨੇ ਜਨਮ ਲਿਆ। ਹੁਣ ਮਹਾਂਪੁਰਖਾਂ ਨੇ ਕਿਹਾ ਸੀ ਵੀ ਇਹਨਾਂ ਦਾ ਭਰਮ ਵੀ ਦੂਰ ਕਰਨਾ ਹੈ। ਜਿਸ ਜਗ੍ਹਾ ਤੇ ਉਹ ਬੱਚਿਆਂ ਨੂੰ ਦਫਨਾਇਆ ਗਿਆ ਸੀ, ਚਲੋ ਮਾਂ ਬਾਪ ਨੇ ਕੋਈ ਉਸ ਸਮੇਂ ਬਣਾ ਲਿਆ ਸਿਲਸਿਲਾ ਵੀ ਸਾਡਾ ਬੱਚਾ ਮਰ ਗਿਆ ਹੈ, ਦਫਨਾਤਾ ਹੈ, ਮਰ ਗਿਆ ਦਫਨਾਤਾ ਹੈ। ਇਸ ਗੱਲ ਦਾ ਗੁੱਜੀ ਦਾ ਬਾਬਾ ਜੀ ਨੂੰ ਪਤਾ ਸੀ ਜਾਂ ਉਹਨਾਂ ਨੂੰ ਪਤਾ ਸੀ ਮਾਂ ਬਾਪ। ਤੀਸਰਾ ਬੱਚਾ ਜਦੋਂ ਹੋਇਆ ਤੇ ਬਾਬਾ ਜੀ ਕੋਲ ਫਿਰ ਵੀ ਲੈ ਕੇ ਆਏ। ਇਹ ਨਹੀਂ ਕਿ ਸੰਤ ਕਿਰਿਆ ਕੋਈ ਨਾ ਕਰਦੇ, ਪਰ ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ ਮਹਾਂਪੁਰਖ ਤੇ, ਸਾਧ ਸੰਗਤ ਤੇ, ਗੁਰੂ ਨਾਨਕ ਦੇ ਘਰ ਤੇ, ਜਿੱਥੇ ਵੀ ਵਿਸ਼ਵਾਸ ਆ ਗਿਆ ਉੱਥੇ ਭਾਈ ਤੁਹਾਡਾ ਕਾਰਜ ਪੂਰਾ ਹੋ ਗਿਆ। ਜਾਂ ਕੇ ਅੰਤਰ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਨ ਪ੍ਰਗਟਾਇਆ। ਤੀਸਰੇ ਬੱਚੇ ਨੂੰ ਬਾਬਾ ਜੀ ਕਹਿੰਦੇ ਵੀ ਉੱਥੇ ਲੈ ਜਾਓ, ਤੁਹਾਨੂੰ ਦੋਨਾਂ ਬੱਚਿਆਂ ਦੀਆਂ ਆਵਾਜ਼ਾਂ ਉੱਥੇ ਸੁਣਨਗੀਆਂ। ਇੱਕ ਬੱਚੇ ਦੀ ਆਵਾਜ਼ ਕੀ ਆਈ ਕਿ ਮੈਂ ਬਾਪ ਆਪਦੇ ਤੋਂ ਬਦਲਾ ਲੈਣਾ ਸੀ, ਮੈਂ ਇਹਨੂੰ ਕਤਲ ਕਰਨਾ ਸੀ, ਮਾਰ ਕੇ ਜਾਣਾ ਸੀ, ਪਰ ਇਹਨੇ ਸਾਨੂੰ ਪਹਿਲੋਂ ਹੀ ਦਫਨਾਤਾ ਹੈ ਕਿ ਵੀਰ ਤੂੰ ਸਾਡੀ ਮਦਦ ਕਰ, ਤੇਰੇ ਵਿੱਚ ਦੀ ਅਸੀਂ ਬਦਲਾ ਲੈ ਸਕੀਏ। ਦੂਸਰੇ ਨੇ ਕਿਹਾ ਵੀ ਮੇਰਾ ਘਰ ਇਹਨੇ ਤਬਾਹ ਕੀਤਾ ਸੀ, ਮੈਂ ਇਸ ਘਰ ਦੀ ਤਬਾਹੀ ਕਰਨ ਆਇਆ ਸੀ, ਪਰ ਮੈਨੂੰ ਪਹਿਲੋਂ ਹੀ ਦਫਨਾਤਾ ਹੈ, ਤੂੰ ਸਾਡੀ ਮਦਦ ਕਰ। ਉਸ ਭਰਾ ਨੂੰ ਉਹਨਾਂ ਦਾ ਸਿਲਸਿਲਾ ਚੱਲ ਰਿਹਾ ਹੈ, ਸੰਸਾਰ ਵਿੱਚ ਇਹ ਕੁਝ ਚੱਲ ਰਿਹਾ ਹੈ। ਮਾੜੀਆਂ ਰੂਹਾਂ ਪ੍ਰਵੇਸ਼ ਕਰ ਜਾਂਦੀਆਂ ਨੇ। ਮਾੜੀਆਂ ਰੂਹਾਂ ਪ੍ਰਵੇਸ਼ ਕਿੱਥੇ ਕਰਦੀਆਂ? ਜਿੱਥੇ ਨਿਤਨੇਮ ਨਾ ਹੋਵੇ, ਬਾਣੀ ਨਾ ਹੋਵੇ, ਸ਼ਰਾਬ ਮਾਸ ਹੋਵੇ, ਮਾੜੇ ਵਿਚਾਰ ਹੋਣ, ਮਲੀਨ ਹੋਣ, ਉੱਥੇ ਭੂਤ ਪ੍ਰੇਤ ਦਾ ਵਾਸਾ ਹੁੰਦਾ ਹੈ। ਜਿੱਥੇ ਗੁਰਮੁਖ ਹੋਣ, ਅੰਮ੍ਰਿਤ ਪੀਣ, ਨਾਮ ਜਪਣ, ਬਾਣੀ ਪੜਨ, ਗੁਰੂ ਦੀ ਸੰਗਤ ਕਰਨ, ਉੱਥੇ ਦੇਵਤਿਆਂ ਦਾ ਵਾਸਾ ਹੁੰਦਾ ਹੈ।
ਗੰਦੀਆਂ ਰੂਹਾਂ ਵਾਸਾ ਗੰਦੀ ਥਾਂ ਤੇ ਕਰਦੀਆਂ। ਬਾਬਾ ਜੀ ਨੇ ਕਿਹਾ ਜੋ ਉੱਥੇ ਬੋਲ ਬਾਣੀ ਹੋਈ ਸਾਨੂੰ ਲਿਆ ਕੇ ਦੱਸਣਾ। ਹੁਣ ਦੋਨੋਂ ਗੱਲਾਂ ਦਸੀਆਂ, ਮਨ ਦੇ ਸ਼ੰਕੇ ਹੱਲ ਹੋ ਗਏ ਕਿ ਇੱਕ ਨੇ ਤਾਂ ਸਾਨੂੰ ਮਾਰ ਕੇ ਜਾਣਾ ਸੀ, ਇੱਕ ਨੇ ਤਬਾਹ ਕਰਕੇ ਘਰ ਜਾਣਾ ਸੀ, ਪਰ ਇਹ ਸਾਡੇ ਘਰ ਪੁੱਤਰ ਨਹੀਂ ਆਏ ਸੀ। ਇਹ ਸਾਡੇ ਪਿਛਲੇ ਜਨਮਾਂ ਦੇ ਸਾਡੇ ਕਰਮਾਂ ਦਾ ਹਿਸਾਬ ਲੈਣ ਵਾਲੇ ਲਹਿਣੇਦਾਰ ਸਾਡੇ ਦੁਸ਼ਮਣ ਆਏ ਸੀ। ਇਹ ਪੱਕਾ ਹੀ ਨਹੀਂ ਕਿ ਜੋ ਸਾਡੇ ਘਰ ਵਿੱਚ ਆਇਆ ਇਹ ਸਾਡਾ ਪੁੱਤਰ ਹੀ ਹੈ, ਸਪੁੱਤਰ ਹੈ। ਇਹ ਨਹੀਂ ਪਤਾ ਕਪੁੱਤਰ ਹੈ ਕੀ ਚੀਜ਼ ਹੈ, ਕਿਹੋ ਜਿਹਾ ਕਰਮ ਸਾਡਾ ਹੈ। ਗੁਰੂ ਸਾਹਿਬ ਤੋਂ ਦਾਤ ਲੈਣੀ, ਪਾਠ ਕਰਕੇ, ਸਿਮਰਨ ਕਰਕੇ, ਭਜਨ ਕਰਕੇ, ਉਹ ਚੰਗੀ ਦਾਤ ਮਿਲਦੀ, ਚੰਗੀ ਔਲਾਦ ਮਿਲਦੀ। ਗੁਰਸਿੱਖ ਪਰਿਵਾਰ ਪੈਦਾ ਹੁੰਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਮਿਹਰ ਦੇ ਨਾਲ। ਚੰਗੀਆਂ ਦਾਤਾਂ ਝੋਲੀ 'ਚ ਪੈਂਦੀਆਂ। ਆਜੋ ਇੱਕ ਵਾਰੀ ਆਪਾਂ ਧਾਰਨਾ ਲਾ ਲਈਏ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। 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 ਮਾਘ ਭਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਾਘ ਭਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਕਰ ਇਸ਼ਨਾਨ ਤੂੜੀ ਕਰ ਇਸ਼ਨਾਨ। ਤੂੜੀ ਕਰ ਇਸ਼ਨਾਨ। ਤੂੜੀ ਕਰ ਇਸ਼ਨਾਨ। ਕਰ ਇਸ਼ਨਾਨ ਤੂੜੀ ਕਰ ਇਸ਼ਨਾਨ। ਤੂੜੀ ਕਰ
ਸੇਵਾ ਦੇ ਵਿੱਚ ਸਾਰੇ ਦੁੱਖ ਵਿਘਨ ਸੰਗਤ ਦੇ ਵਿੱਚ ਪਰੇ ਹਟ ਜਾਂਦੇ। ਉਹਨਾਂ ਦੇ ਭਾਵੇਂ ਬੱਚਿਆਂ ਦਾ ਅੰਤ ਹੋ ਗਿਆ, ਪਰ ਉਹਨਾਂ ਦੀਆਂ ਰੂਹਾਂ ਪੁਕਾਰਦੀਆਂ ਪਈਆਂ ਕਿ ਅਸੀਂ ਲੇਖਾ ਲੈਣਾ। ਅਸੀਂ ਲੈ ਨਹੀਂ ਸਕਦੇ ਕਿ ਇਹਨਾਂ ਦੇ ਸਿਰ ਤੇ ਉਹ ਮਹਾਂਪੁਰਖ ਖੜੇ ਨੇ ਜਿਹੜੇ ਅਣਖ ਵਿਗਣ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਜਾ ਕੇ। ਜਿਹੜੇ ਮਹਾਤਮਾ ਮਹਾਂਪੁਰਸ਼ ਵਿਗਣਾ ਤੋਂ ਰੱਖਿਆ ਕਰਨ ਵਾਸਤੇ ਸਿਰ ਦੇ ਉੱਪਰ ਖੜੇ ਹੋਏ ਨੇ। ਸੇਵਾ ਕਰਦਿਆਂ ਬਾਬਾ ਜੀ ਦੇ ਚਰਨਾਂ 'ਚ ਕਈ ਸਾਲ ਹੋ ਗਏ। 11 ਸਾਲ ਦੀ ਉਮਰ 'ਚ ਦਾਸ ਆਇਆ ਸੀ, 12-13 ਸਾਲ ਸੇਵਾ ਕਰਦਿਆਂ ਹੋ ਗਏ। ਮਨ ਲੱਗੇ ਨਾ ਭਗਤੀ 'ਚ ਪੂਰਾ, ਮਨ ਉਚਾਟ ਰਵੇ, ਉਪਰਾਮ ਰਵੇ। ਮੈਂ ਬਾਬਾ ਜੀ ਕੋਲ ਚਲਾ ਗਿਆ, ਆਪਦੇ ਮੁਰਸ਼ਿਦ ਮਹਾਂਪੁਰਖਾਂ ਕੋਲ। ਜੀ ਮਨ ਪੂਰਾ ਜੁੜਦਾ ਨਹੀਂ, ਸੇਵਾ 'ਚ ਲੱਗਦਾ ਨਹੀਂ, ਉਚਾਟ ਰਹਿੰਦਾ ਹੈ, ਉਪਰਾਮਤਾ ਰਹਿੰਦੀ ਹੈ। ਮਹਾਂਪੁਰਸ਼ ਥੋੜੀ ਦੇਰ ਬਾਅਦ ਕਹਿਣ ਲੱਗੇ ਵੀ ਤੇਰਾ ਸੰਯੋਗ ਹੈ ਜਿਹੜਾ ਜਿਸ ਕਰਕੇ ਤੇਰਾ ਮਨ ਗੁਰੂ ਸਾਹਿਬ ਦੇ ਨਾਲ ਬਾਣੀ ਨਾਲ ਲੱਗਦਾ ਨਹੀਂ। ਪਹਿਲੋਂ ਤੂੰ ਵਿਆਹ ਕਰਾ ਕੇ ਆ। ਮੈਨੂੰ ਕਹਿੰਦੇ, ਮੈਂ ਕਿਹਾ ਜੀ ਮੈਂ ਤਾਂ ਘਰ-ਬਾਰ ਛੱਡ ਕੇ ਆਇਆ, ਮਾਂ-ਬਾਪ ਦੇ ਵੱਲੋਂ ਕੋਈ ਸਭ ਕੁਝ ਛੱਡ ਕੇ ਆਇਆ, ਵਿਆਹ ਤਾਂ ਮੈਂ ਕਰਾਉਣਾ ਨਹੀਂ। ਬਾਬਾ ਜੀ ਕਹਿੰਦੇ ਵੀ ਤੇਰਾ ਸੰਯੋਗ ਹੈ, ਇਹ ਤੈਨੂੰ ਕਰਾਉਣਾ ਪਏਗਾ, ਇਹ ਵਿਗੜ ਰਹੇਗਾ ਤੇਰੀ ਭਗਤੀ ਦੇ ਵਿੱਚ। ਮੈਂ ਬਥੇਰੀਆਂ ਬੇਨਤੀਆਂ ਕੀਤੀਆਂ। ਬਾਬਾ ਜੀ ਕਹਿੰਦੇ ਭਾਈ ਇਹ ਕਰਮ ਭੋਗਣਾ ਪੈਂਦਾ ਹੈ, ਕਰਮ ਬੜੀ ਹੁੰਦੀ ਹੈ। ਵਿਚਾਰ ਲਾ, ਕਹਿੰਦੇ ਸੋਚ ਲਾ, ਤੇਰਾ ਸੰਯੋਗ ਹੈ, ਤੇਰਾ ਵਿਆਹ ਹੈ, ਇਸ ਕਰਕੇ ਇਹ ਤੇਰਾ ਮਨ ਨਹੀਂ ਜੁੜਦਾ। ਬਾਬਾ ਜੀ ਨੂੰ ਮੈਂ ਬੇਨਤੀਆਂ ਕੀਤੀਆਂ। ਫਿਰ ਬਾਬਾ ਜੀ ਦੇ ਚਰਨਾਂ 'ਚ ਗਿਆ ਤੇ ਮੈਂ ਫੈਸਲਾ ਲੈ ਲਿਆ ਕਿ ਬਾਬਾ ਜੀ ਜੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਹੀ ਪੂਰੀ ਭਾਵਨਾ ਜੁੜੀ ਹੋਈ ਸੀ ਵੀ ਜੇ ਗੁਰੂ ਸਾਹਿਬ ਤੋਂ ਹੁਕਮਨਾਮਾ ਆ ਜਾਵੇ ਵਿਆਹ ਕਰਨ ਦਾ ਤੇ ਮੈਂ ਕਰ ਲਾਂਗਾ। ਬਾਬਾ ਜੀ ਨੇ ਪਿਛਲੇ ਕਮਰੇ ਜਿੱਥੇ ਰਹਿੰਦੇ ਸੀ ਉੱਥੇ ਪਿਛਲੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਆ ਬਾਬਾ ਜੀ ਨੇ ਕੀਤਾ ਪ੍ਰਕਾਸ਼ ਜਾ ਕੇ। ਇੱਕ ਸਟੋਰ ਕੀਪਰ ਸੀ ਬਾਬਾ ਜੀ ਦਾ, ਉਹਨੂੰ ਕਹਿੰਦੇ ਪੰਜੀਰੇ ਦਾ ਬਾਟਾ ਭਰ ਲਿਆ। ਇੱਕ ਬਾਟਾ ਪੰਜੀਰੇ ਦਾ ਭਰ ਕੇ ਰੱਖਿਆ। ਬਾਬਾ ਜੀ ਕਹਿੰਦੇ 5 ਜਣੇ ਪੂਰੇ ਕਰ ਲਓ। ਜਾਂ ਬਾਪੂ ਹਮੀਰ ਸਿੰਘ ਜੀ ਸਨ ਬਜ਼ੁਰਗ ਸਾਡੇ, ਸਾਰਿਆਂ ਦੇ ਉੱਥੇ ਮਾਣ ਸਨਮਾਨ ਵਾਲੇ ਸੀ ਬਾਬਾ ਜੀ ਕੋਲ। ਕਹਿੰਦੇ ਉਹਨਾਂ ਨੂੰ ਵੀ ਸੱਦ ਲਿਆ। ਸੰਤ ਗੁਰਚਰਨ ਸਿੰਘ ਜੀ ਵੀ ਨਾਲ ਸੀ। ਇਹ ਗੁਰੂ ਸਾਹਿਬ ਇਹਨਾਂ ਦੇ ਸਿਰ ਤੇ ਬਿਠਾਏ, ਪ੍ਰਕਾਸ਼ ਕਰਵਾਏ ਤੇ ਅਰਦਾਸ ਕਰਕੇ ਹੁਕਮਨਾਮਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਆਪ ਇਸ ਤਰ੍ਹਾਂ ਪ੍ਰਕਾਸ਼ ਕੀਤੇ ਗੁਰੂ ਸਾਹਿਬ। ਤੇ ਹੁਕਮਨਾਮਾ ਜਿਹੜਾ ਸਭ ਤੋਂ ਉੱਪਰ ਆਇਆ, ਮਿਲ ਕੇ ਤੇ ਦੇਖ ਲਾ, ਤੇਰੇ ਵਿਆਹ ਦਾ ਹੁਕਮਨਾਮਾ ਆ ਗਿਆ। ਉਹ ਹੁਕਮਨਾਮਾ ਸੀ, ਯਾਰ ਵੇ ਨਿਤ ਸੁਖ ਸਕੇਂਦੀ, ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵੱਜੀ ਵਧਾਈ। ਕਹਿੰਦੇ ਤੂੰ ਕਿਹਾ ਸੀ ਗੁਰੂ ਸਾਹਿਬ ਹੁਕਮਨਾਮਾ ਦੇ ਦੇਣ ਤੇ ਮੈਂ ਵਿਆਹ ਕਰਾ ਲਾਂਗਾ। ਵੇਖ ਸਭ ਤੋਂ ਪਹਿਲਾਂ ਜਿਹੜਾ ਉੱਪਰ ਇਸ ਪਾਸੇ ਹੁੰਦਾ ਨਾ, ਉਹ ਹੁਕਮਨਾਮਾ ਹੁੰਦਾ। ਇਹ ਸ਼ਬਦ ਹੈਗਾ ਤਾਂ ਲੰਮਾ, ਅਖੀਰਲਾ ਚੌਥਾ ਸ਼ਬਦ, 4 ਸ਼ਬਦਾਂ ਦਾ ਇਹ ਇਕੱਠਾ ਸ਼ਬਦ। ਵਰ ਲੋੜੀ ਦਾ ਆਇਆ ਵੱਜੀ ਵਧਾਈ। ਮੇਰੀਆਂ ਤਾਂ ਵਧਾਈਆਂ ਵਿਆਹ ਦੀਆਂ ਸ਼ੁਰੂ ਹੋ ਗਈਆਂ। ਸਾਖਸ਼ਾਤ ਹੀ ਵਿਆਹ ਦਾ ਹੁਕਮਨਾਮਾ। ਮੈਂ ਹੁਣ ਬਾਬਾ ਜੀ ਅੱਗੇ 7 ਵਚਨ ਕਰਦਾ। ਪ੍ਰਸ਼ਾਦ ਮੈਨੂੰ ਬਾਬਾ ਜੀ ਨੇ ਜਿਹੜਾ ਪੰਜੀਰੇ ਦਾ ਸੀ ਉਹ ਦੇਤਾ। ਇੱਕ ਸਿੰਘ ਵਿੱਚੋਂ ਬੋਲਿਆ, ਅਜੀਤ ਸਿੰਘ, ਕਹਿੰਦਾ ਕਿਸੇ ਨੂੰ ਨਾ ਦੇਈ ਵਿੱਚੋਂ, ਇਹ ਸਾਰਾ ਤੇਰਾ ਹੀ ਹੈ। ਇਹਨਾਂ ਵਿੱਚ ਤੇਰਾ ਅੱਧਾ ਵਿਆਹ ਕੋਈ ਦੂਜਾ ਹੀ ਲੁੱਟ ਕੇ ਲੈ ਜਾਏ। ਇਹ ਸਾਰਾ ਆਪ ਛਕੀ। ਤੇ ਜੇ ਤੇਰੀ ਗੱਲਬਾਤ ਬਣ ਜੇ ਕਿਸੇ ਥਾਂ ਤੇ, ਫਿਰ ਉਹ
कुड़ी नूं भावें अद्धा दे दी प्रशाद, वो प्रशाद का मैं छक लिया सारा। तो उस तो बाद मैं अपने माँ बाप की आग्ञा लैन चला गया। बाबा जी ने आपके माता पिता तो पुछ लो, उन्हों का भी हक है, माँ बाप जिन्हों ने जन्म दिता है उन्हों की आग्ञा तो बगैर नहीं कोई कर्म करना चाहिए। बच्चे का कैसा भी मन होवे, गुरु नूं मनावे, माँ बाप नूं मनावे, आपदे मन नूं मनावे। माँ बाप की खुशी तो बगैर काम सिरे नहीं चढ़ता। वैसे तो भैणां भाइयां सज्जना सारे रल के विआह शादी का प्रोग्राम करते आ, हर काज सारियां दी असीसां नाल ही हुंदा। फतेह दिओ सज्जन असीसड़ियां जो होवे सहब सुम्या, पुता माता की असीस। जिन्नियां असीसां लांगे चंगियां। गुरु साहब तो हुक्मनामा हो गया, बाबा कुंदन सिंह जी तो हुक्म हो गया। मेरा मन मन गया जो गुरु साहब ने कहता। माँ बाप को गया, माँ का तुहानूं पता भी माँ तो भोलियां होंदियां, छेती हाँ कर दिंदियां। पहले तो माँ ने कहा भी नहीं बेटा तू बाबा जी कोल रहना है, उत्थे सेवा करनी, उत्थे दी मर्यादा नहीं कोई शादी करदा, असीं की जवाब देंगे। असीं तो साडा तो मन कहता भी असीं तेनू सेवा करदी वेखीए, गिरस्त के जंजाला च पिया होया ना वेखीए। 6 भरा असीं कहंदे बाकी 5 दे विआह होनी है, सारियां दे जंजाल सारियां नूं देख लांगे पुत्रां नूं, पर तैनूं असीं इवें देखना चाहुंदे हां। पिता जी साडे तां अड़ गए, कहना मैं तो बाबा जी नूं भी जवाब दे देना, असीं नहीं विआह करना। बहुत देर बहसबाजी चलती रही, तो जो बंदे नूं 4 को गल्लां करनियां आ जाण, वो फिर ज्ञान घोटदा ही। मैं आपदे ज्ञान बथेरे घोटे कि फलाने महापुरुषों का गुरुआं ने शादियां कराइयां, फलाने महापुरुषों के संत महापुरुष सी, उन्होंने विआह होया सी, इन्हां दा भी होया सी। भगत भी सारे विआह शादियां दे विच परिवारां विच रहे, पर वो कहते उन्हें एक भी ना सुनी, कहते मैं तो बिल्कुल मनदा ही नहीं, विआह नहीं करना। जिहड़ा असीं ये कह बैठे भी तेरा विआह नहीं, पहलों तेनू नानसर भेजन लगिया, तू क्या सी मैं उत्थे रहना, मैनू छड्ड दिओ भी उत्थे विआह नहीं होना, उत्थे सारे बेहंगम ही रहिंदे। मैं कहा सी मैं विआह करवाउणा ही नहीं, मैं बाबा जी की सेवा करना। अड़े रहे बहुत बहुत यतन मैं करता रहा। अखीर तुहानूं पता बच्चियां दी जिद किहो जी हुंदी, हाँ करवा ली थोड़ी बहुत, हाँ करवा के मैं नाल लेके बाबा जी कोल आ गया। कहते मैं हाँ तो कर दे, हाँ तो तेन मैं कर देना बाबा जी दे करके, पर मेरी जिहड़ी अंदर दी बेनती है ना, वो तो यही है भी तेरा विआह नहीं होना चाहिए। माता दी भी पिता दी भी, बाबा जी के बचन अगे हाँ, दोनों मेरे नाल ही आ गए। काम शुरू हो गया, कुड़ी देखण दा, फलानी थां देख लो। मैं चौड़ा पाउंदा सी, पैरां तो नंगा रहिंदा सी, पग ही लड़ मारे होंदे सी, पग भी मैं सोहनी जी बननी शुरू करती, पैरां 'च भी जराबा जरूबा पाउणियां ते पजामी, ते 1-2 थां ते तैयारी करके गए विआह देख दिखाउण दी। कर्म का भुगतान भुगत रहा सी, पर महापुरुष सूली ते सूल कर देंदे, पर सूल तो चुभनी ना थोड़ी जी। मेरे सतगुरु होए दयाल, मेरे सतगुरु हुए दयाल कीता, नदरो नदर निहाल मैं बलिहारी जावा। मेरे सतगुरु हुए दयाल कीता, नदरो नदर निहाल मैं बलिहारी जावा। सारे बनो सारी संगत गणा
थोड़ी जी जुगत दे दी। बाबा जी कहते भी जदों नितनेम करना गुरु साहब उदों ही अरदास करनी। अरदास ये करनी जा मेरा मन ठीक कर दियो जा मेरा ब्याह कर दियो। आखो प्रसाद भी देता, संयोग है, भुगना पएगा, करना पएगा, होएगा। मां बाप नूं भी मना लिया। नाल महापुरुषां ने कहा गुरु साहब अगे अरदास करनी, बिरथा होए जी की सो गुर पे अरदास कर। रात नूं कीर्तन सोला करके माता पिता अरदासां करदे ही रहिंदे सी। मैं रात नूं वेखदा सी, बैठे ही रहिंदे सी, उन्हां नूं नींदर घट आउंदी सी। इसे करके भी ब्याह ना होवे, इसे तरह ही सेवा करे। किन्ना सोहना स्थान महापुरखां वल्लों मिलिया है, किन्नियां संगतां नाल प्यार बनिया होया है। जे ब्याह शादी कीती ते घरे जाएगा, काम कार करेगा, जवाकां नूं खुआएगा। इस साधुआं दे स्थान ने, इत्थे साधु ही रहिंदे आ। उन्हां दीयां अरदासां बेनतियां दास दियां रात नूं कीर्तन सोला 10:30 बजे करके उत्थे हाल च ही पै जीदा सी। इस तरह बाबा जी ने सिर ते हथ रख के अपनियां सेवा लईआं, सेवादार बना के लईआं। कोई ऐसी सेवा जिहड़ी बाबा जी ने ना करवाई होवे, रोटियां पकाउणियां, भांडे मांजणे, टोकरियां ढोणियां, सारे गुरुद्वारे जिन्ने बने बाबा जी सेवा लेंदे रहे संगतां दे नाल। बड़े भाग हुण तां जिन्ने भी कबीर साहब ने कहा सी भी जिन्ने भी जन्म होण हुण मैनूं विकुंठ नहीं चाहिदा, मैनूं आ विकुंठ मिलिया रहे। आखो साध संगत सत श्री अकाल। साध संगत विकुंठ आया। उन्हें कहा मैनू विकुंठ नहीं चाहिए, मैनू हे निरंकार आ साध संगत विकुंठ। इहदे विच साध संग प्रभ देहो निवास, सर्व सुख नानक प्रगास। हुण मेरा इस संगत विच निवास बनिया रहे। असीं थोड़े उच्चे बैठे आ, तुसीं नीवें बैठे जे। सत्कारयोग हस्तियां विच कई बारी कीर्तन वाले बड़े गिने जाते हैं, पर जिन्नियां भी साडे तो गलतियां होण संगत विच उन्हां दी माफ़ी देनी कि कीर्तन करने वाला कोई भी इत्थे अहुदेदार बन के बह जे ते संगत दी बेअदबी हो जाए, माड़ी हुंदी। इस करके सारी साध संगत साडे वास्ते सचखंड है। आखो सी साध संगत स्थान जगमग नूर है, साध संगत विकुंठ है। संगत दे विच ही सारा कुछ बनिया होया सी। संगत भी जिन्नी संगत दा प्यार सी, वो भी चाहते सी भी जे ब्याह हो गया तो चले जाणगे इत्थों ते इत्थे ही रहण। एक दिन रात नूं कीर्तन सोला करके मैं पिया हाल च, अख मेरी खुल गई। टाइम मैं देख लिया घड़ी का, हाल च घड़ी लगी सी। हुंदा सी भी सेवा करनी 3 बजे गुरु साहब जी ते 2-2:30 बजे उठना है। ते जदों मेरी अख खुली तो मैं देखा भी 1:15 घड़ी ते टाइम देखिया, एक 1:15 का टाइम है। उधर बाबा कुंदन सिंह जी महाराज, इधर मैं घड़ी ते टाइम देखदा पिया। उधर बाबा कुंदन सिंह जी महाराज मेरे कोल आण के बह गया। साक्षात गुरु ग्रंथ साहिब जी बैठे आ, 10 गुरु साहब बैठे आ। इन्हां दी हजूरी विच कोई बंदा बनावटी गल नहीं कर सकता। टाइम मैं घड़ी दा देख लिया कि 1:15 का टाइम है। नाल ही बाबा कुंदन सिंह जी बह गए मेरे को आण के। सुपना नहीं, साक्षात। कहते तू रोज रोला पाई जाना, मेरे कर्म मेटो, मेरे कर्म मेटो। लिया मेट इत्थे अंगूठा मारन लग पई।
ਇਹਨੂੰ ਮੈਂ ਦੇਖ ਰਿਹਾ, ਹਾਲ ਦੀਆਂ ਬਾਰੀਆਂ ਦੇਖ ਰਿਹਾ, ਹਾਲ ਦੇਖ ਰਿਹਾ, ਘੜੀ ਦੇਖ ਰਿਹਾ, ਬਾਬਾ ਜੀ ਨੂੰ ਦੇਖ ਰਿਹਾ, ਅੰਗੂਠਾ ਘਸਾ ਰਹੇ ਨੇ। ਕੋਈ ਸੁਪਨੇ ਵਾਲੀ ਕੋਈ ਐਸੀ ਕੋਈ ਝਲਕੀ ਨਹੀਂ, ਪ੍ਰਤੱਖ ਦੀ। ਬਾਬਾ ਜੀ ਨੇ ਸਿਰ ਥੱਲੇ ਰੱਖਿਆ ਤੇ ਮੈਂ ਉੱਠ ਕੇ ਬੈਠਿਆ, ਬਾਬਾ ਜੀ ਨਹੀਂ ਹੈ, ਪਰ ਮੱਥੇ ਦੇ ਇੰਨਾ ਕੋ ਮੱਥਾ ਘਸਾਇਆ ਕਿ ਮੱਥੇ ਦੇ ਅਜੇ ਜਲਨ ਹੋ ਰਹੀ, ਜਲਨ ਹੋ ਰਹੀ ਮੱਥੇ ਦੇ, ਕਿ ਕਿਤੇ ਇਹ ਸੁਪਨਾ ਹੀ ਨਾ ਮੰਨੀ। ਫਿਰ ਇਸ ਤੋਂ ਇਲਾਵਾ ਸਵੇਰੇ ਹੀ ਬਾਬਾ ਜੀ ਨੇ 4-5 ਸਿੰਘਾਂ ਨੂੰ ਭੇਜਿਆ, ਸੰਤ ਗੁਰਚਰਨ ਸਿੰਘ, ਬਾਬਾ ਸੇਵਾ ਸਿੰਘ, 3 ਨਾਲ ਪਹਿਰੇਦਾਰ, ਕਿ ਜਾਓ ਉਹਨੂੰ ਕਹਿ ਦਿਓ ਤੇਰੇ ਸੰਜੋਗ ਮਿਟ ਗਿਆ ਤੇ ਹੁਣ ਫੁਰਨਾ ਛੱਡ ਦੇਵੇ, ਗੁਰੂ ਸਾਹਿਬ ਦੀ ਸੇਵਾ ਕਰੇ ਡਟ ਕੇ। ਆਖੋ ਮੇਟੇ ਵੀ ਸਾਖਸ਼ਾਤ ਵੀ ਦਰਸ਼ਨ ਦਿੱਤੇ, ਸਵੇਰੇ ਭੇਜ ਵੀ ਦਿੱਤਾ ਕਿ ਉਹਨੂੰ ਕਹਿ ਦਿਓ ਹੁਣ ਤੇਰੇ ਕਰਮ ਸੰਜੋਗ ਮਿਟ ਗਿਆ ਤੇ ਗੁਰੂ ਸਾਹਿਬ ਦੀ ਸੇਵਾ ਕਰੇ, ਹੁਣ ਵਿਆਹ ਵਾਲਾ ਫੁਰਨਾ ਛੱਡ ਦੇ। ਇਹ ਗੁਰੂ ਨਾਨਕ ਦਾ ਘਰ ਹੈ, ਸਭ ਤੋਂ ਵੱਡਾ ਘਰ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਇੱਥੇ ਸਾਰੀਆਂ ਗੁਰੂ ਨਾਨਕ ਦੇ ਘਰ ਦੀਆਂ ਬਖਸ਼ੀਸ਼ਾਂ ਨੇ। ਜਨਮ ਕਰਮ ਮੜ ਉਤਰੇ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਏ, ਬਿਨਸੇ ਲੋਭ ਸਮਾਨ, ਸੱਚੇ ਮਾਰਗ ਚੱਲਦਿਆਂ ਉਸਤਤ। ਤੇ ਇਸ ਮਹੀਨੇ ਵਿੱਚ ਕਿਹਾ ਕਿ ਜਿਵੇਂ ਤੂੰ 68 ਤੀਰਥਾਂ ਦੀ ਜਾਣਾ ਹੈ ਨਾ, ਜਿੰਨਾ ਕੁ ਤੈਨੂੰ ਪੁੰਨ ਫਲ ਮਿਲਣਾ ਸਾਰਾ 68 ਤੀਰਥਾਂ ਦਾ, ਤੇ ਇਸ ਮਹੀਨੇ 'ਚ ਥੋੜੀ ਦਇਆ ਵੰਡ ਦੇਣੀ। ਦਇਆ ਕਰੇਗਾ ਤੇ ਤੈਨੂੰ 68 ਤੀਰਥ ਕਾ 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਜੀ ਤੇ ਦਇਆ ਕਰੇਗਾ ਤੇ ਇਹ ਪ੍ਰਵਾਨ ਤੈਨੂੰ 68 ਤੀਰਥਾਂ ਦਾ ਸਾਰਾ ਪੁੰਨ ਤੇਰੀ ਝੋਲੀ 'ਚ ਪਏਗਾ। ਤੇ ਦੇਖੋ 68 ਤੀਰਥ ਹਿੰਦੂ ਧਰਮ ਦੇ ਵਿੱਚ ਮੁੱਖ ਗਿਣੇ ਗਏ। ਜਿਹੜਾ ਇੱਕ ਵਾਰੀ ਕਰ ਲੇ ਸਮਝੋ ਉਹ ਇਸ ਸੰਸਾਰ ਦੀ ਯਾਤਰਾ ਉਹਦੀ ਸਫਲੀ ਹੋਈ। ਜਿਨੇ ਯਾਤਰਾ ਦੇ ਵਿੱਚ 68 ਤੀਰਥ ਕਰ ਲਿਆ ਨਾ, ਉਹਦੀ ਇਸ ਦੁਨੀਆ ਦੀ ਮਾਤ ਲੋਕ ਦੀ ਯਾਤਰਾ ਸਫਲ ਮੰਨੀ ਜਾਂਦੀ ਵੇਦਾਂ ਸ਼ਾਸਤਰਾਂ ਪੁਰਾਣਾ ਅਨੁਸਾਰ, ਕਿ ਇਹਨਾਂ 68 ਤੀਰਥਾਂ ਤੇ ਜਾਵੇ ਤੇ ਉਹਨੂੰ ਪੁੰਨ ਫਲ ਮਿਲੇਗਾ। ਕਹਿੰਦੇ 68 ਤੀਰਥਾਂ ਤੇ ਜਾ ਕੇ ਪੁੰਨ ਫਲ ਮਿਲੇ ਕਿ ਨਾ ਮਿਲੇ ਇਹ ਤਾਂ ਹੋ ਸਕਦਾ ਹੈ, ਪਰ ਜੀ ਦਇਆ ਤੇਰੀ ਪ੍ਰਵਾਨ ਹੈ, ਪੁੰਨ ਸਾਰੇ ਦਾ ਸਾਰਾ 68 ਤੀਰਥਾਂ ਦਾ ਮਿਲੇਗਾ। ਕੀਤੀ ਤੂੰ ਇੱਕ ਜੀ ਦਇਆ, ਜਿਸ ਨੂੰ ਦੇਵੇ ਦਇਆ ਕਰ। ਜੇ ਰੱਬ ਦਇਆ ਕਰਕੇ ਦੇਵੇ ਉਹੀ ਪੁਰਖ ਸਜਾਣੇ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਰੱਬ ਮਿਲਿਆ ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਦੀ ਕੁਰਬਾਨ ਆ। ਤੇ ਅਗਲਾ ਸੁਨੇਹਾ ਗੁਰੂ ਸਾਹਿਬ ਦਾ ਲੈ ਲਓ ਕਿ ਮਾਘ ਸੁੱਚੇ ਸੇ ਕਾਂਢੀ। ਮਾਘ ਦੇ ਮਹੀਨੇ 'ਚ ਨਿੰਦਿਆ ਨਾ ਕਿਸੇ ਦੀ ਕਰੀ, ਮਾਘ ਦੇ ਮਹੀਨੇ ਝੂਠ ਨਾ ਬੋਲਿਆ। ਇਹ ਇੰਨਾ ਕੁ ਕਰਦੇ ਹੋ, ਝੂਠ ਬੋਲਦੇ ਜੇ ਕੋਈ ਗੱਲ ਨਹੀਂ, ਨਿੰਦਿਆ ਕਰ ਲੈਂਦੇ ਜੇ ਕੋਈ ਗੱਲ ਨਹੀਂ, ਪਰ ਮਾਘ ਦਾ ਮਹੀਨਾ ਸੁੱਚਾ ਕਰ। ਜੇ ਕੋਈ ਸ਼ਰਾਬ ਮਾਸ ਖਾਂਦਾ ਪੀਂਦਾ ਹੈ, ਗੁਰੂ ਸਾਹਿਬ ਮਿਹਰ ਕਰਨ ਤੁਹਾਡਾ ਛਡਾ ਦੇਣ ਪੱਕਾ, ਚੰਗੀ ਗੱਲ ਹੈ, ਪਰ ਇੰਨਾ ਪਰਨ ਕਰ ਲਓ ਕਿ ਮਾਘ ਦੇ ਮਹੀਨੇ 'ਚ ਮੈਂ ਮੂੰਹ ਜੂਠਾ ਨਹੀਂ ਕਰਨਾ, ਗੰਦ ਨਹੀਂ ਖਾਣਾ। ਮਾਘ ਦਾ ਮਹੀਨਾ ਸੁੱਚਾ ਕੱਢ ਲਓ, ਕਿਸੇ ਹਰ ਬਰਿਆਈ ਤੋਂ ਮੂੰਹ ਮੋੜ ਕੇ 1 ਮਹੀਨਾ ਯਤਨ ਕਰਕੇ ਕੱਢ ਲਓ। ਪਰ ਕਹਿੰਦੇ ਨੇ ਮਾਘ ਦਾ ਮਹੀਨਾ ਸੁੱਚਾ ਉਹਦੇ ਤੇ ਨਿਕਲੇਗਾ ਜਿਨ੍ਹਾਂ ਤੇ ਪੂਰਾ ਗੁਰੂ ਮਿਹਰ, ਜਿਨ੍ਹਾਂ ਤੇ ਗੁਰੂ ਪੂਰਾ ਦਿਆਲ ਹੋਇਆ ਹੈ, ਮਿਹਰਬਾਨ ਹੋਇਆ ਹੈ, ਉਹ ਮਾਘ ਦਾ ਮਹੀਨਾ ਜ਼ਰੂਰ ਸੁੱਚਾ ਕੱਢ ਲੇਗਾ। ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ, ਸੁੱਚੇ ਨਾ ਆਖੀਏ ਬਹਿਣ ਜੋ ਪਿੰਡਾ ਤੋਏ। ਆ ਬਾਣੀ ਸਾਡੇ ਅੰਦਰ ਵਸ ਜੇ। ਮਾਘ ਦਾ ਮਹੀਨਾ ਨਿਤਨੇਮ ਸਾਨੂੰ ਮਿਲ ਜੇ, ਮਾਘ ਦੇ ਮਹੀਨੇ ਦੇ ਵਿੱਚ ਅੰਮ੍ਰਿਤ ਵੇਲਾ ਮਿਲ ਜੇ, ਮਾਘ ਦਾ ਮਹੀਨਾ ਸਾਨੂੰ ਜਿਹੜਾ ਇਹ ਸਾਰਾ ਸਫਲ ਹੋ ਜਾਵੇ ਤੇ ਗੁਰੂ ਦੀ ਮਿਹਰਬਾਨਤਾ ਦੀ ਨਿਸ਼ਾਨੀ ਹੈ। ਮਾਘ ਸੁੱਚੇ ਸੇ ਕਾਢੀਏ ਜਿਨ ਪੂਰਾ ਗੁਰੂ ਮਿਹਰਬਾਨ। ਜਿਨ੍ਹਾਂ ਦੇ ਪੂਰਾ ਗੁਰੂ ਮਿਹਰਬਾਨ ਹੈ ਉਹ ਸਾਰਾ ਮਾਘ ਦਾ ਮਹੀਨਾ ਸੁੱਚਾ ਕੱਢਣਗੇ। ਹੁਣ ਦਾਸਾਂ ਦੀ ਸਮਾਪਤੀ ਹੈ। ਅਗਲਾ ਪ੍ਰੋਗਰਾਮ
ਭਾਈ ਸਾਹਿਬ ਤੋਂ ਸਰਵਣ ਕਰ ਲਓ। ਮਾਤਾ ਜੀ ਵੀ ਮੇਰੇ ਵੱਲ ਘੂਰ ਘੂਰ ਕੇ ਦੇਖ ਰਹੇ। ਇਹਨਾਂ ਦੀ ਕੁੜੀ ਨੇ, ਇਹਨਾਂ ਦੇ ਬੀਬੀ ਬਹੁਤ ਸੇਵਾ ਕਰਦੀ ਹੈ। ਸੋਫੀਆ ਉਹਨੇ ਇਹਨਾਂ ਰੌਲਾ ਪਾਉਣਾ ਵੀ ਮੇਰੇ ਤੁਸੀਂ ਮਾਤਾ ਜੀ ਤੁਸੀਂ ਨਾਲ ਗਏ ਸੀ, ਤੁਹਾਨੂੰ ਭੇਜਿਆ ਸੀ ਵੀ ਛੇਤੀ ਲੈ ਕੇ ਨਾਲ ਆ ਜਾਓ ਟਾਈਮ ਸਿਰ, ਤੇ ਤੁਸੀਂ ਆਪ ਹੀ ਨਾਲ ਬੈਠ ਗਏ। ਵਾਹਿਗੁਰੂ। ਪਰ ਤੁਹਾਨੂੰ ਪਤਾ ਵੀ ਇੰਨੀ ਸੰਗਤ ਅੱਗੇ ਜ਼ੋਰ ਨਹੀਂ ਚੱਲਦਾ। ਵਾਹਿਗੁਰੂ। ਸਤਿ ਤੇ ਹੁਣ ਖੁਸ਼ੀ ਨਾਲ ਸਾਰੀ ਸੰਗਤ ਆਗਿਆ ਦਿਓ। ਵਾਹਿਗੁਰੂ। ਤੇ ਉੱਥੇ ਹੁਣ ਕੀ ਟਾਈਮ ਹੋ ਗਿਆ ਜੀ? ਪੌਣੇ 3 ਲਗਭਗ। ਤੇ ਸਾਡਾ ਇਸ ਵੇਲੇ ਤੋਂ ਬਾਅਦ ਫਿਰ ਜਪਜੀ ਸਾਹਿਬ ਸ਼ਬਦ ਜਾਰੇ ਸੁਖਮਨੀ ਸਾਹਿਬ ਦਾ ਸਮਾਂ ਹੋ ਜਾਂਦਾ ਹੈ। ਹੁਣ ਸ਼ੁਰੂ ਕਰ ਦਈਏ ਜਪਜੀ ਸਾਹਿਬ? ਕੀ ਜਿਵੇਂ ਜਿਵੇਂ ਮੌਜ ਜੀ। ਆਓ ਸ਼ੁਰੂ ਕਰ ਦਿਓ। ਫਿਰ ਤੁਹਾਨੂੰ ਇਹਨਾਂ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕਿ ਬਾਬਾ ਜੀ ਦੀ ਬੜੀ ਕਿਰਪਾ, ਜਪਜੀ ਸਾਹਿਬ ਸ਼ਬਦ ਹਜ਼ਾਰੇ ਹੋਣ ਕਰਕੇ ਫਿਰ ਜਿੰਨਾ ਸਮਾਂ ਮਿਲੇਗਾ ਉਹ, ਕਿਉਂਕਿ 4 ਵਜੇ ਤੱਕ ਦੀ ਸਮਾਪਤੀ ਹੈ। ਸੰਗਤ ਨੇ ਕਿਹਾ ਸੀ 5 ਬਾਣੀਆਂ ਦਾ ਨਿਤਨੇਮ ਤੇ ਸਾਧਨਾ ਜ਼ਰੂਰ, ਤੇ ਫਿਰ ਉਹ ਸਮਾਂ ਦੇਖ ਲਾਂਗੇ ਜੀ ਕਿ ਪੂਰਾ ਨਿਤਨੇਮ ਕਰਨਾ ਹੈ ਕਿ ਪੂਰਾ ਸਾਧਨਾ ਕਰਨੀ ਹੈ। ਤੇ ਭਾਵੇਂ ਸਿਮਰਨ ਸਾਧਨਾ ਵਾਹਿਗੁਰੂ ਮੰਤਰ ਦਾ ਜਾਪ ਜਿਹੜਾ ਲਗਾਤਾਰ ਪੌਣੇ 4 ਵਜੇ ਤੱਕ। ਹੁਣ ਤਾਂ ਤੁਹਾਨੂੰ ਇਹ ਕਹਿਣਾ ਚਾਹੀਦਾ, ਇਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਹਾਨੂੰ ਇਸ ਤਰ੍ਹਾਂ ਕਰਕੇ ਸਮਝਾਈਏ। ਤੁਹਾਨੂੰ ਕਹਿਣਾ ਚਾਹੀਦਾ ਹੈ ਵੱਧ ਸੁਖ ਰਹਿ ਨੜੀਏ ਫਿਰਿਆ। ਵਾਹ ਵਾਹ, ਲਓ ਜਰਾ। ਸਤਿ ਸ੍ਰੀ ਅਕਾਲ। ਤੁਸੀਂ ਕਹੋ ਵੀ ਰਾਤ ਵੱਡੀ ਹੋਵੇ। ਵਾਹਿਗੁਰੂ ਇਹ ਵਾਹਿਗੁਰੂ ਅਜੇ ਛੋਟੀ ਹੈ 7 ਵਜੇ ਤੱਕ। ਵਾਹਿਗੁਰੂ ਹੋਰ ਥੋੜੀ ਜਿਹੀ ਗਾਂਹ ਨੂੰ ਵੱਧ ਜਾ। ਵਾਹਿਗੁਰੂ ਵਾਹਿਗੁਰੂ। ਵੱਧ ਸੁਖ ਰਹਿ ਨੜੀਏ ਫਿਰਿਆ। ਸਾਨੂੰ ਗੁਰੂ ਨਾਲ ਪ੍ਰੇਮ ਲੱਗਿਆ ਤੇ ਥੋੜੀ ਜਿਹੀ ਵੱਡੀ ਹੋ ਜਾ। ਕਾਸ਼ ਇਹ ਬਖਸ਼ਿਸ਼ ਸਾਰਿਆਂ ਤੇ ਹੋ ਜਾਵੇ। ਸਾਧ ਸੰਗਤ ਜੀ ਮੰਗੀਏ ਕਿ ਰਾਤ ਭਗਤੀ ਤੇ ਬੈਠੇ ਆਂ, ਗਰੀਬ ਨਿਵਾਜ ਕਿਰਪਾ ਕਰੋ, ਇਹ ਭਗਤੀ ਵਾਲੀ ਰਾਤ ਮੁੱਕੇ ਹੀ ਨਾ, ਮੁੱਕੇ ਹੀ ਨਾ। ਸਤਿ ਸ੍ਰੀ ਅਕਾਲ। ਬੜੇ ਵੱਡੇ ਪੁੰਨ ਬੀਜ ਰਹੇ ਹੋ ਸਾਧ ਸੰਗਤ, ਬੜੇ ਵੱਡੇ ਪੁੰਨ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪੁੰਨਾਂ ਵਿੱਚੋਂ ਵੱਡਾ ਪੁੰਨ ਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਜਿੰਨੀ ਸੰਗਤ ਇਸ ਵੇਲੇ ਲਾਈਵ ਬੈਠੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਿਹੜੀ ਸੰਗਤ ਇੱਥੇ ਬੈਠੀ ਹੈ, ਨੀਚੇ ਬੈਠੀ, ਜਿਵੇਂ ਬਾਬਾ ਜੀ ਨੇ ਕਿੱਡੀ ਪਿਆਰੀ ਵਾਰਤਾ ਸਾਧ ਸੰਗਤ ਕਿ ਜਿੱਥੇ ਕੋਈ ਬੈਠਾ ਉਹਦੀ ਹਾਜ਼ਰੀ ਏਡੇ ਪਿਆਰ ਦੇ ਨਾਲ ਲੱਗਦੀ ਪਈ ਹੈ ਵੀ ਸ਼ੁਕਰਾਨੇ ਨੇ। ਔਰ ਮੈਂ ਵਾਕਈ ਸੰਗਤ ਦੇ ਚਰਨਾਂ 'ਚ ਸਿਜਦਾ ਕਰਦਾ ਕਿ ਆਪ ਜੀ ਕਈ ਸੰਗਤਾਂ 9, 9:30 ਦੀਆਂ ਆ ਕੇ ਸਹਾਰਨਪੁਰ ਤੋਂ ਵੀ ਸੰਗਤਾਂ 9 ਵਜੇ ਪਹੁੰਚ ਗਈਆਂ। ਗੁਰੂ ਦੀ ਕਿਰਪਾ ਦੇ ਨਾਲ ਦੇਹਰਾਦੂਨ ਤੋਂ, ਹੋਰ ਕਈ ਪਾਸੇ ਤੋਂ, ਰਾਂਚੀ ਤੋਂ ਵੀ ਸੰਗਤਾਂ ਪਹੁੰਚੀਆਂ। ਤੇ ਇੰਨੇ ਨੇ ਲੰਬੇ ਚੌਂਕੜੇ ਤੁਸੀਂ ਇਸ ਵੇਲੇ ਲਗਾਏ। ਸੱਚੇ ਪਾਤਸ਼ਾਹ ਨੇ ਸੇਵਾ ਲਈ ਹੈ ਤੇ ਅਰਦਾਸ ਕਰੋ ਵੀ ਇਦਾਂ ਹੀ ਬਖਸ਼ਿਸ਼ ਵਰਤਦੀ ਰਵੇ। ਇਹ ਰਾਤਾਂ ਸਾਨੂੰ ਨਾਮ ਜਪਣ ਦੀਆਂ ਮਿਲਣ। ਬਾਬਾ ਜੀ ਨੇ ਅੱਜ ਬਹੁਤ ਕਿਰਪਾ ਕੀਤੀ, ਬੜੇ ਅਨਮੋਲਕ ਬਚਨਾਂ ਦੇ ਨਾਲ ਝੋਲੀਆਂ ਭਰੀਆਂ। ਹੁਣ ਜਪਜੀ ਸਾਹਿਬ ਦਾ ਪਾਠ, ਸ਼ਬਦ ਹਜ਼ਾਰੇ ਦਾ ਪਾਠ ਕਰਕੇ ਸਾਧ ਸੰਗਤ ਜੀਓ ਫਿਰ ਭਾਵੇਂ ਵਾਹਿਗੁਰੂ ਸ਼ਬਦ ਦਾ ਜਾਪ ਜਿਹੜਾ ਸਾਧਨਾ ਪੌਣੇ 4 ਵਜੇ, ਜੇ ਪੌਣੇ 4 ਇਦਾਂ ਹੀ ਵੱਜ ਗਏ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਬਹੁਤ ਅੱਛਾ, ਨਹੀਂ ਤਾਂ ਫਿਰ ਜਿਹੜਾ ਸਮਾਂ ਥੋੜਾ ਜਿਹਾ ਹੋਏਗਾ ਉਹ ਫਿਰ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀਓ ਗੁਰਮੰਤਰ ਦੇ ਜਾਪ ਸੱਚੇ ਪਾਤਸ਼ਾਹ ਕਿਰਪਾ ਕਰਨ। ਵੈਸੇ ਤਾਂ ਮੈਂ ਬੋਲਦਿਆਂ ਵੀ ਹੁਣ ਡਰ ਰਿਹਾ ਕਿਉਂਕਿ ਉਧਰ ਵੀ ਆਪਣਾ ਹੀ ਪਰਿਵਾਰ ਹੈ। ਮੈਂ ਬਾਬਾ ਜੀ ਨੂੰ ਬੇਨਤੀ ਲਾਉਣ ਲੱਗਾ ਸੀ, ਮੈਂ ਕਿਹਾ 3:30 ਪੌਣੇ 4 ਤੱਕ ਇੱਥੇ ਹੀ ਕਰਕੇ ਆਪਾਂ ਆਨੰਦ ਸਾਹਿਬ ਲਾ ਦੇਵਾਂਗੇ, ਪਰ ਮੈਨੂੰ ਡਰ ਲੱਗਦਾ ਤੇ ਨਹੀਂ ਉਧਰ ਵੀ ਜਿਵੇਂ ਵੀ ਹੁਣ ਰਲ ਮਿਲ ਕੇ ਹੁੰਦਾ। ਹਾਂਜੀ ਹਾਂਜੀ, ਸੱਤ ਹੈ ਜੀ, ਸੱਤ ਹੈ ਸਭ ਦਾ ਮਨ ਰੱਖਣਾ ਜੀ ਜੀ ਜੀ। ਤੇ ਜਪਜੀ ਸਾਹਿਬ ਸ਼ਬਦ ਹਜ਼ਾਰੇ ਸਾਧ ਸੰਗਤ ਫਿਰ ਕਰ ਲਈਏ ਜੀ। ਇਹ ਜਪ ਕਰਤੇ ਪੁਰਖ ਹੱਥ